ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤਿਸ ਕੀ ਸ਼ਰਣੀ ਪਰਮ ਨਾਮ ਜਿਸ ਜੀਵੜ ਆਵਰ ਨਾ ਕੋਇ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੂਲੇ ਹੋਏ ਵਾਹਿਗੁਰੂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ। ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਇੱਕ ਇੱਕ ਵਚਨ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਪਹਿਲਾਂ ਆਪਾਂ ਕੁਝ ਕੁ ਮੁੱਢਲੀਆਂ ਗੱਲਾਂ ਬਾਰੇ ਵਿਚਾਰ ਕਰਾਂਗੇ, ਫਿਰ ਜੋ ਆਪਾਂ ਤਿਲੰਗ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਗਾਇਨ ਕੀਤਾ ਹੈ, ਇਸ ਸ਼ਬਦ ਦੀ ਵਿਚਾਰ ਕਰਾਂਗੇ। ਆਓ ਪਹਿਲਾਂ ਕੁਝ ਕੁ ਮੁੱਢਲੀਆਂ ਗੱਲਾਂ ਅਸੀਂ ਹਰ ਪਿੰਡ ਦੇ ਦੀਵਾਨ 'ਚ ਕਹਿੰਦੇ ਹਾਂ। ਇਸ ਪਿੰਡ ਵਿੱਚ ਅਸੀਂ ਪਹਿਲੀ ਵਾਰ ਆਏ ਹਾਂ। ਚਲੋ ਆਸੇ ਪਾਸੇ ਕੁਝ ਸੰਗਤਾਂ ਸੁਣਦੀਆਂ ਰਹਿੰਦੀਆਂ, ਪਿੰਡ ਦੀ ਸੰਗਤ ਕਈ ਵਾਰ ਪਹਿਲੀ ਵਾਰ ਸੁਣਦੀ ਹੁੰਦੀ ਹੈ, ਕਿਉਂ ਆਸੇ ਪਾਸੇ ਕੁਝ ਚੋਣਵੀਂ ਸੰਗਤ ਜਾਂਦੀ ਹੈ। ਹਾਂਜੀ, ਹੁਣ ਕੁਝ ਮੁੱਢਲੀਆਂ ਗੱਲਾਂ ਬਾਰੇ ਆਪਾਂ ਸਮਝ ਲਈਏ, ਜਿਹਨੂੰ ਆਪਾਂ ਬੇਸਿਕ ਨੌਲੇਜ ਕਹਿੰਦੇ ਹਾਂ, ਮੁੱਢਲੀ ਜਾਣਕਾਰੀ ਕਹਿ ਲਓ। ਤਾਂ ਤੇ ਪਹਿਲਾਂ ਤਾਂ ਇਹ ਹੈ ਕਿ ਜਦੋਂ ਆਪਾਂ ਘਰੋਂ ਤੁਰਦੇ ਹਾਂ ਉਦੋਂ ਸਾਡੇ ਮਨ ਦੇ ਵਿੱਚ ਇੱਕ ਭਾਵਨਾ ਹੋਣੀ ਚਾਹੀਦੀ ਹੈ। ਕਿਹੜੀ? ਕਿ ਅਸੀਂ ਸਤਿਗੁਰੂ ਜੀ ਦੇ ਸਕੂਲ ਵਿੱਚ ਜਾ ਰਹੇ ਹਾਂ, ਸਤਸੰਗ ਕਰਨ ਵਾਸਤੇ, ਸੱਚਾ ਗਿਆਨ ਲੈਣ ਵਾਸਤੇ। ਕਿਉਂਕਿ ਜੇ ਘਰੋਂ ਤੁਰਨ ਵੇਲੇ ਭਾਵਨਾ ਹੋਵੇ ਵੀ ਅਸੀਂ ਸਤਿਗੁਰੂ ਦੇ ਸਕੂਲ ਵਿੱਚ ਜਾ ਰਹੇ ਹਾਂ ਗਿਆਨ ਲੈਣ ਵਾਸਤੇ, ਫਿਰ ਧਿਆਨ ਲਾ ਕੇ ਬੈਠ ਕੇ ਸੁਣਾਂਗੇ। ਜਿਵੇਂ ਵਿਦਿਆਰਥੀ ਹੁੰਦਾ, ਜੇ ਉਹਦੇ ਮਨ 'ਚ ਭਾਵਨਾ ਹੋਵੇ ਮੈਂ ਕਾਲਜ ਦੇ ਵਿੱਚ ਕੁਝ ਸਿੱਖਣ ਵਾਸਤੇ ਜਾ ਰਹੇ ਹਾਂ, ਡਿਗਰੀਆਂ ਕਰਨੀਆਂ, ਉੱਚੇ ਅਹੁਦੇ ਲੈਣੇ ਹੈ, ਫਿਰ ਉਹ ਕਲਾਸ ਦੇ ਵਿੱਚ ਬੈਠ ਕੇ ਆਪਣੇ ਅਧਿਆਪਕ ਨੂੰ ਧਿਆਨ ਨਾਲ ਸੁਣੋ। ਤੇ ਜਿਹਦੇ ਘਰੋਂ ਤੁਰਨ ਵੇਲੇ ਹੋਵੇ ਆਪਾਂ ਤਾਂ ਗੇੜੇ ਮਾਰ ਕੇ ਆਉਣਾ, ਉਹ ਤੁਹਾਨੂੰ ਪਤਾ ਫਿਰ ਗੇੜੇ ਮਾਰ ਕੇ ਆ ਜਾਂਦੇ ਹੈ। ਬਹੁਤ ਸਾਡੇ ਭੈਣ ਭਰਾ 2-4 ਸਾਲ ਕਾਲਜਾਂ ਵਿੱਚ ਗੇੜੇ ਗੂੜੇ ਮਾਰ ਕੇ ਘਰੇ ਬਹਿ ਜਾਂਦੇ ਆ। ਡਿਗਰੀ ਕਾਤੇ ਨਹੀਂ ਕਰ ਸਕਿਆ, ਨੰਬਰ ਚੰਗੇ ਨੰਬਰ ਲੈ ਕੇ ਪਾਸ ਕਿਉਂ ਨਹੀਂ ਹੋਇਆ? ਕਿ ਉਹ ਕਲਾਸ ਤਾਂ ਬੈਠੇ ਹੀ ਨਹੀਂ ਸੀ, ਕਦੇ ਗੇੜਾ ਮਾਰਨ ਜਾਂਦਾ ਹੁੰਦਾ ਸੀ ਸਕੂਲ ਕਾਲਜ ਵਿੱਚ, ਗੇੜੇ ਮਾਰ ਕੇ ਬਹਿ ਗਏ ਘਰੇ। ਇਹ ਉਦਾਹਰਨ ਹੈ। ਬਹੁਤ ਲੋਕੀ ਆ ਜਿਹੜੇ ਗੁਰਦੁਆਰਿਆਂ ਦੇ ਗੇੜੇ ਮਾਰ ਕੇ ਮੁੜ ਜਾਂਦੇ ਆ, ਧਰਮ ਸਥਾਨਾਂ ਦੇ ਕਹਿ ਲਓ। ਗੁਰੂ ਦਾ ਦਰ ਗੇੜਾ ਮਾਰਨ ਵਾਸਤੇ ਨਹੀਂ, ਗੁਰੂ ਦਾ ਦਰ ਗਿਆਨ ਲੈਣ ਵਾਸਤੇ ਹੈ। ਆਓ ਆ ਕੇ ਬੈਠੋ, ਜਿਸ ਤਰ੍ਹਾਂ ਹੁਣ ਆਪਾਂ ਬੈਠੇ ਹਾਂ ਸਾਰੇ, ਧਿਆਨ ਲਾ ਕੇ ਗੁਰ ਸ਼ਬਦ ਦੀ ਵਿਚਾਰ ਨੂੰ ਸੁਣੋ ਤੇ ਮਨ ਕਰਕੇ ਬਾਣੀ ਦੇ ਗਿਆਨ ਅੰਮ੍ਰਿਤ ਨੂੰ ਪੀਓ। ਸਾਡਾ ਮਨ ਗੁਰਬਾਣੀ ਦੇ ਗਿਆਨ ਅੰਮ੍ਰਿਤ ਨੂੰ ਕਦੋਂ ਪੀਂਦਾ ਹੈ? ਜਦੋਂ ਧਿਆਨ ਲਾ ਕੇ ਸ਼ਬਦ ਦੀ ਵਿਚਾਰ ਸੁਣਦੇ ਹਾਂ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਹਰ ਫੈਸਲਾ ਬਾਣੀ ਦਾ। ਮਨ ਪੀਂਦਾ ਹੈ ਬਾਣੀ ਦੇ ਅੰਮ੍ਰਿਤ ਨੂੰ ਕਦੋਂ? ਸ਼ਬਦ ਦੀ ਵਿਚਾਰ। ਸ਼ਬਦ ਦੀ ਵਿਚਾਰ ਹੋਣ ਲੱਗੀ, ਸਮਝ ਲਓ ਅੰਮ੍ਰਿਤ ਦੀ ਵਰਖਾ ਹੋਣ ਲੱਗੀ। ਜਿਵੇਂ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਨਾ, ਇੱਕ ਇੱਕ ਬੂੰਦ ਧਰਤੀ ਵਿੱਚ ਸਮਾਉਂਦੀ ਜਾਂਦੀ ਹੈ। ਏਦਾਂ ਜਦੋਂ ਗੁਰਬਾਣੀ ਦੇ ਗਿਆਨ ਅੰਮ੍ਰਿਤ ਦਾ ਝਿਮ ਝਿਮ ਦਾ ਅਰਥ ਹੁੰਦਾ ਮੱਠਾ ਮੱਠਾ, ਟਿਕਮਾ ਟਿਕਮਾ, ਨਿੱਕੀ ਨਿੱਕੀ ਕਣੀ ਦਾ ਜਿਵੇਂ ਮੀਂਹ ਪੈਂਦਾ, ਇਵੇਂ ਸਮਝ ਲਓ ਅੰਮ੍ਰਿਤ ਧਾਰਾ ਹੋਣ ਲੱਗੀ ਸ਼ਬਦ ਦੀ ਵਿਚਾਰ। ਜਿਹੜੇ ਧਿਆਨ ਲਾ ਕੇ ਸੁਣਦੇ ਐ ਉਹਨਾਂ ਦਾ ਮਨ ਗੁਰਬਾਣੀ ਦੇ ਗਿਆਨ ਅੰਮ੍ਰਿਤ ਨੂੰ ਪੀਂਦਾ ਹੈ। ਜਿਹੜਾ ਅੰਮ੍ਰਿਤ ਗਿਆਨ ਅੰਮ੍ਰਿਤ ਹੈ। ਗਿਆਨ ਸਾਡੇ ਜੀਵਨ ਨੂੰ ਮਹਾਨ ਬਣਾਉਂਦਾ ਹੈ। ਗਿਆਨ ਨਾਲ ਹੀ ਅਸੀਂ ਧਰਮੀ ਹੋ ਸਕਦੇ ਹਾਂ। ਗਿਆਨ ਤੋਂ ਬਿਨਾਂ ਤਾਂ ਅਸੀਂ ਧਰਮੀ ਹੋ ਹੀ ਨਹੀਂ ਸਕਦੇ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਜਿੱਥੇ ਗਿਆਨ ਹੈ ਉੱਥੇ ਧਰਮ ਹੈ। ਗਿਆਨ ਤੋਂ ਬਿਨਾਂ ਅਸੀਂ ਭਰਮੀ ਤਾਂ ਹੋ ਸਕਦੇ ਹਾਂ, ਧਰਮੀ ਨਹੀਂ ਹੋ ਸਕਦੇ। ਬਹੁਤ ਲੁਕਾਈ ਹੈ ਜੋ ਗਿਆਨ ਤੋਂ ਬਿਨਾਂ ਭਰਮ ਕਰਦੇ ਰਹਿੰਦੇ ਨੇ। ਉਹ ਭਰਮ ਨੂੰ ਧਰਮ ਸਮਝੀ ਜਾਂਦੀ ਹੈ ਬਹੁਤੀ ਦੁਨੀਆ। ਚਲੋ, ਸੋ ਅਸੀਂ ਆਏ ਹਾਂ ਇੱਥੇ ਗਿਆਨ ਅੰਮ੍ਰਿਤ ਪੀਣ ਵਾਸਤੇ। ਆਉਣ ਦਾ ਮਕਸਦ ਪਤਾ ਹੋਣੀ ਤਾਂ ਮਕਸਦ ਕਹਿ ਲਓ, ਪਰਪਜ, ਉਦੇਸ਼, ਟੀਚਾ। ਸਾਡੇ ਇੱਥੇ ਆਉਣ ਦਾ ਮਕਸਦ ਕੀ ਹੈ?
ਅਸੀਂ ਗਿਆਨ ਲੈਣ ਵਾਸਤੇ ਆਏ ਹਾਂ ਗੁਰੂ ਦੇ ਦਰ ਤੇ। ਤਾਂ ਤੇ ਗੁਰਦੁਆਰਾ ਸਾਹਿਬ ਗੁਰੂ ਦਾ ਦਰ ਸਤਿਗੁਰ ਜੀ ਦੀ ਪਾਠਸ਼ਾਲਾ ਹੈ। ਜੇ ਕਿਤੇ ਅਸੀਂ ਗੁਰਦੁਆਰਿਆਂ ਤੋਂ ਪਾਠਸ਼ਾਲਾ ਦਾ ਕੰਮ ਲੈਣਾ ਸ਼ੁਰੂ ਕਰ ਦਈਏ, ਦਿਨਾਂ 'ਚ ਹੀ ਚੜ੍ਹਦੀ ਕਲਾ ਹੋ ਸਕਦੀ ਹੈ। ਪ੍ਰਮਾਣ ਵੀ ਲੈ ਲਓ, ਸੂਹੀ ਮਹਿਲਾ ਪਹਿਲਾ ਦਾ ਪਾਠ ਹੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰੂ ਨਾਨਕ ਬਾਬਾ ਜੀ ਦਾ ਵਚਨ ਹੈ ਸੂਹੀ ਰਾਗ ਦੇ ਵਿੱਚ। ਬਾਬਾ ਜੀ ਕਹਿ ਰਹੇ ਨੇ ਗੁਰਬਾਣੀ ਵਿੱਚ ਕਿ ਇਹ ਸਰੀਰ ਰੂਪੀ ਭਾਂਡਾ ਅੰਦਰੋਂ ਬਹੁਤ ਮੈਲਾ ਹੈ। ਗੁਰੂ ਬਾਬਾ ਜੀ ਕਹਿੰਦੇ ਅੰਦਰੋਂ ਮੈਲਾ ਹੈ। ਹੁਣ ਬਹੁਤਿਆਂ ਨੂੰ ਅੰਦਰ ਦੀ ਮੈਲ ਦਾ ਨਹੀਂ ਪਤਾ ਹੁੰਦਾ। ਗੁਰਬਾਣੀ 'ਚ ਪ੍ਰਮਾਣ ਹੈ ਨਾ, ਅੰਤਰ ਮੈਲ ਲੱਗੀ ਨਹੀਂ ਜਾਣਾ, ਬਾਹਰੋਂ ਮਲ ਮਲ ਧੋਵੈ। ਕਹਿੰਦੇ ਬਾਹਰੋਂ ਤਾਂ ਮਲ ਮਲ ਕੇ ਧੋਈ ਜਾਂਦਾ। ਹੁਣ ਇਹਦਾ ਅਰਥ ਇਹ ਨਹੀਂ ਵੀ ਇਸ਼ਨਾਨ ਨਹੀਂ ਕਰਨਾ, ਇਸ਼ਨਾਨ ਤਾਂ ਆਪਾਂ ਕਰਦੇ ਹੀ ਆ ਸਾਰੇ, ਪਰ ਗੁਰੂ ਜੀ ਕਹਿੰਦੇ ਬਾਹਰੋਂ ਹੀ ਧੋਂਦਾ ਸਰੀਰ ਨੂੰ, ਅੰਦਰ ਦੀ ਮੈਲ ਤਾਂ ਜਾਣਦਾ ਹੀ ਨਹੀਂ। ਅੰਤਰ ਮੈਲ ਲੱਗੀ ਨਹੀਂ ਜਾਣਾ, ਜਿਹੜੀ ਅੰਦਰ ਮੈਲ ਲੱਗੀ ਹੋਈ ਜਾਣਦਾ ਹੀ ਨਹੀਂ। ਇਸ ਕਰਕੇ ਗੁਰੂ ਨਾਨਕ ਬਾਬਾ ਜੀ ਕਹਿੰਦੇ ਸਰੀਰ ਰੂਪੀ ਭਾਂਡਾ ਅੰਦਰੋਂ ਮੈਲ ਹੈ, ਇਹਦੇ ਅੰਦਰ ਮਨ ਨੂੰ ਮੈਲ ਲੱਗੀ ਹੋਈ ਹੈ। ਤੇ ਸਰੀਰ ਰੂਪੀ ਭਾਂਡਾ ਉਹੀ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਚੰਗਾ ਹੈ ਭਾਂਡਾ ਸਰੀਰ ਰੂਪੀ ਜੋ ਪ੍ਰਮਾਤਮਾ ਜੀ ਨੂੰ ਭਾਉਂਦਾ ਹੈ। ਪ੍ਰਮਾਤਮਾ ਨੂੰ ਕਿਹੜਾ ਸਰੀਰ ਰੂਪੀ ਭਾਂਡਾ ਭਾਉਂਦਾ ਹੈ? ਜਿਹੜਾ ਹਰ ਕੰਮ ਪ੍ਰਮਾਤਮਾ ਦੇ ਭੈ 'ਚ ਰਹਿ ਕੇ ਕਰਦਾ ਹੈ। ਭਾਵ ਹੈ ਭਏ ਕਾਰ। ਧਿਆਨ 'ਚ ਰੱਖਿਓ ਜੀ, ਜੋ ਵੀ ਕਿਹਾ ਜਾਂਦਾ ਨਾਲ ਦੀ ਨਾਲ ਗੁਰਬਾਣੀ ਦਾ ਪ੍ਰਮਾਣ ਦੇ ਦਿੱਤਾ ਜਾਂਦਾ ਹੈ। ਪ੍ਰਮਾਤਮਾ ਜੀ ਨੂੰ ਕੌਣ ਭਾਉਂਦੇ ਨੇ? ਭਾਵੈ ਦਾ ਭਾਵ ਚੰਗੇ ਕੌਣ ਲੱਗਦੇ ਨੇ ਰੱਬ ਨੂੰ? ਭਏ ਕਾਰ। ਭਏ ਦਾ ਅਰਥ ਹੈ ਭੈ ਵਿੱਚ, ਭੱਬਾ ਈੜੀ ਨੂੰ ਹੁਸ਼ਿਆਰੀ ਹੈ। ਕਾਰ ਦਾ ਅਰਥ ਹੁੰਦਾ ਕੰਮ। ਜਿਹੜੇ ਹਰ ਕੰਮ ਪ੍ਰਮਾਤਮਾ ਦੇ ਭੈ 'ਚ ਕਰਦੇ ਆ, ਜਿਹੜੇ ਹਰ ਕੰਮ ਪ੍ਰਮਾਤਮਾ ਦੇ ਭੈ 'ਚ ਕਰਦੇ ਆ, ਉਹ ਪ੍ਰਮਾਤਮਾ ਜੀ ਨੂੰ ਚੰਗੇ ਲੱਗਦੇ ਆ। ਇਸ ਕਰਕੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਇਹ ਸਰੀਰ ਰੂਪੀ ਭਾਂਡਾ ਭਾਈ ਉਹੀ ਚੰਗਾ ਹੈ ਜਿਹੜਾ ਸਰੀਰ ਰੂਪੀ ਭਾਂਡਾ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ, ਜਿਹੜਾ ਹਰ ਕੰਮ ਪ੍ਰਮਾਤਮਾ ਦੇ ਭੈ 'ਚ ਕਰਦਾ ਹੈ। ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੰਗਤ ਲਾਇਆ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ। ਇਹ ਸਰੀਰ ਰੂਪੀ ਭਾਂਡਾ ਅੰਦਰੋਂ ਬਹੁਤ ਮੈਲ ਹੈ, ਦੇ ਅੰਦਰ ਮੈਲ ਲੱਗੀ ਹੈ, ਮੈਲ ਮਨ ਨੂੰ। ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ। ਬਾਹਰੋਂ ਧੋ ਕੇ ਨਹੀਂ ਹੱਛਾ ਹੁੰਦਾ, ਬਾਹਰੋਂ ਧੋ ਕੇ ਸਫਾਈ ਤਾਂ ਹੋ ਜਾਂਦੀ ਹੈ, ਮਿੱਟੀ ਘੱਟਾ ਲੈ ਜਾਂਦਾ ਹੈ, ਗਰਮੀ ਹੈ ਤਾਂ ਮੁੜਕਾ ਲੈ ਜਾਂਦਾ ਹੈ, ਸੁਸਤੀ ਹੈ ਤਾਂ ਸੁਸਤੀ ਲੈ ਜਾਂਦੀ ਹੈ, ਚੁਸਤ ਹੋ ਜਾਂਦੀ ਹੈ, ਨਹਾ ਕੇ ਥੋੜਾ ਜਿਹਾ ਅਲਰਟ ਹੋ ਜਾਈਦਾ, ਸੁਚੇਤ ਹੋ ਜਾਈਦਾ ਕਹਿ ਲੋ। ਪਰ ਸਰੀਰਕ ਇਸ਼ਨਾਨ ਕਰਕੇ ਕੋਈ ਪਵਿੱਤਰ ਨਹੀਂ ਹੋ ਜਾਂਦਾ। ਜੀ ਨਿਰਮਲ ਕਹਿੰਦੇ ਹਨ, ਨਿਰਮਲ ਪਵਿੱਤਰ ਸਰੀਰ ਉਹ ਹੈ ਜਿਸ ਵਿਚਲਾ ਮਨ ਪਵਿੱਤਰ ਹੈ। ਜੇ ਮਨ ਪਵਿੱਤਰ ਹੋ ਗਿਆ ਤਾਂ ਤਨ ਵੀ ਪਵਿੱਤਰ ਹੋ ਗਿਆ। ਸਰੀਰ ਚੰਗੇ ਕੰਮ ਕਰੂ, ਜੇ ਮਨ ਗੰਦਾ ਹੈ ਤਨ ਵੀ ਗੰਦੇ ਕੰਮ ਕਰੂ। ਮਨ ਮੈਲਾ ਹੈ, ਅੱਖਾਂ ਵੀ ਮੈਲਾ ਵੇਖਣਗੀਆਂ, ਉਦਾਂ ਦੀਆਂ ਪਿਕਚਰਾਂ, ਉਦਾਂ ਤਸਵੀਰਾਂ ਮਾੜੇ ਭਾਵ 'ਚ ਤੱਕਣਗੀਆਂ। ਕੰਨ ਗੰਦੇ ਗੀਤ ਸੁਣਨਗੇ, ਜੀਭ ਬੁਰਾ ਬੋਲੂ, ਪੈਰ ਬੁਰੇ ਪਾਸੇ ਜਾਣਗੇ, ਹੱਥ ਬੁਰਾ ਕੰਮ ਕਰਨਗੇ। ਜੇ ਮਨ ਮੈਲਾ ਹੈ ਤਾਂ ਤਨ ਵੀ ਮੈਲਾ ਹੈ। ਮਨ ਮੈਲਾ ਹੈ, ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਏ। ਜੇ ਮਨ ਮੈਲਾ ਹੈ ਤਾਂ ਸਭ ਕੁਛ ਮੈਲਾ ਹੈ। ਸਭ ਕੁਛ ਦਾ ਅਰਥ ਆਪ ਜੀ ਸਮਝ ਗਏ ਨਾ, ਅੱਖਾਂ, ਕੰਨ, ਜੀਭ, ਹੱਥ, ਪੈਰ, ਸਭ ਸਾਰੇ ਗਿਆਨ ਕਰਮ ਇੰਦਰੀ ਕਹਿ ਲੋ। ਜੇ ਮਨ ਮੈਲਾ ਹੈ ਤਾਂ ਸਭ ਕੁਛ ਹੀ ਮੈਲਾ। ਮਨ ਮੈਲਾ ਹੈ, ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਏ। ਸਰੀਰ ਨੂੰ ਧੋਣ ਦੇ ਨਾਲ ਮਨ ਦੀ ਸਫਾਈ ਨਹੀਂ ਹੁੰਦੀ। ਜਿੰਨੀ ਦੇਰ ਮਨ ਨਹੀਂ ਹੱਛਾ ਹੁੰਦਾ ਉਨੀ ਦੇਰ ਸਾਡਾ ਸਰੀਰ ਵੀ ਪਵਿੱਤਰ ਨਹੀਂ ਹੋ ਸਕਦਾ। ਇਸ਼ਨਾਨ ਕਰਕੇ ਤਾਂ ਸਫਾਈ ਹੋ ਜਾਂਦੀ ਹੈ। ਸੁੱਚੇ ਥੋੜਾ ਹੋ ਜਨੇ ਅਸੀਂ ਇਸ਼ਨਾਨ ਕਰਕੇ, ਸੁੱਚੇ ਪਵਿੱਤਰ ਕਹਿ ਲੋ, ਨਿਰਮਲ ਨਾ। ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ, ਸੂਚੇ ਇਹ ਨਾ ਆਖੀਆਂ ਹੈ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਸਰੀਰ ਤਾਂ ਉਹ ਹੈ ਭਾਈ ਜਿਸ ਸਰੀਰ ਵਿਚਲੇ ਮਨ ਵਿੱਚੋਂ ਪ੍ਰਮਾਤਮਾ ਵਸ ਗਿਆ। ਮਨ ਪ੍ਰਮਾਤਮਾ ਕਿਹੜੇ ਮਨ ਵਿੱਚ ਵਸਦਾ ਹੈ? ਸ਼ੁੱਧ ਮਨ ਵਿੱਚ।
शुद्ध मन कौन है? जो सत्संग करते हैं, बाणी के ज्ञान ने भैड़े ख्यालों की मैल कढ़ती, गुरबाणी सुन मैल गवाए, सहजे हर नाम मन वसाए। गुरबाणी सुन के मन के भैड़े ख्यालों की मैल निकल जाती है, शुद्ध होए मन दे विच सहजे ही परमात्मा की याद वस जाती है। शुद्ध मन है, बुराइयां तो नफरत हो जाती है। शुद्ध मन की निशानी की है? माड़े कामां चों सूग आउण लग जाती है, जी नहीं करता माड़ा काम करन नूं। जे मन गंदा है, गंदे काम करन नूं जी करू। पाप बुरा पापी को प्यारा। पाप कर्म है तां बुरा, पर पापी नूं तां प्यारा ही लगदा है ना, कि उहदे अंदर संस्कार है उदां दे। शुद्ध मन हो गया, हुण माड़ा काम करन नूं जी नहीं करदा। ये सतसंग विच आके बख्शिश हुंदी है कि गुरु जी का ज्ञान, रब्बी ज्ञान साडे मन की मैल नूं कढ दिंदा है। फिर शुद्ध होए मन नूं नफरत हो गई बुराइयां तो, फिर तन भी कोई बुरा काम नहीं करता, फिर तन भी पवित्र हो गया। इसे करके कहा ज्ञान महारस नहाइए भाई, मन तन निर्मल होए। इसे करके गुरु बाबा जी कहते भाई ज्ञान का इशनान करया करो। ज्ञान महारस नहाइए भाई, मन तन निर्मल होए। मन पहला लिखा ना, मन पवित्र हो गया, तन भी पवित्र हो गया। इस करके आपां इत्थे भाई पवित्र होने वास्ते आए हाँ, इत्थे अपने मन के भैड़े ख्यालों की मैल कढ़ण वास्ते आए हाँ, इत्थे आपां रब्बी बाणी का सच्चा ज्ञान लैण वास्ते आए हाँ, सतगुर की पाठशाला विच आए हाँ, सतसंग करन वास्ते आए हाँ। इन्नियां गल्लां ये मन च भावना होवे, क्योंकि सत संगत सतगुर चटसाल है, जित हर गुण सिखा। सतगुर जी की पाठशाला विच सतसंगत है, जिथों रब्बी गुणां नूं सिखिया जांदा है। चलो इन्ने प्रमाण भी बाणी दे आपां ध्यान च रखीए। सो इन्हां गल्लां नूं असीं गुरबाणी तो दृढ़ करना है। हुण इन्नियां गल्लां आपां समझ लईआं भी एक घरों तुरन वेले मन च भावना होनी चाहिए भी सतसंग करने वास्ते जा रहे हैं असीं गुरुद्वारा साहब, गेड़ा मारन वास्ते नहीं। गुरुद्वारा साहब पिकनिक स्पॉट नहीं। कई थावां ते कुछ लोकां ने, सारे नहीं कहंदा, सोझी प्यार वाले बैठे हो, कुछ लोकां ने गुरुद्वारियां नूं पिकनिक थां बना लिया। कहंदे जद चलदे हैं, मिल के लावांगे, गल्लां बातां कर आवांगे, घूम फिर आवांगे। फिर कई मैं थां देखिया गुरुद्वारे टोलियां बना के आपदी गल्लां मारी जांदे हुंदे आ। गुरुद्वारे आके आपस विच गल्लां करनियां अवग्या है। इत्थे मेला गेला करन नहीं आए। गुरुद्वारा साहब पिकनिक स्पॉट नहीं, पिकनिक दी थां नहीं। ये तो सतगुर दी पाठशाला है। गुरुद्वारे आके आपस विच गल्लां करनियां ही पाप है। हाँ किते बैठे समाप्ति तो कोई गुरमत दी विचार चल पई, कोई शब्द विचार, कोई वो वखरा विषय है, वो तो फिर गुरमत दी गल ही होगी ना। एवें फजूल दीयां गल्लां करनियां गुरुद्वारा साहब आके संसारी गल्लां बिल्कुल मना है। ये सिखणियां आपां गल्लां, ये गुरु दे दर दे डिसिपलिन विच, अनुशासन विच रहना है। ये ओ रहो जिहदे मन च भावना भी इस तां सतगुर दे स्कूल च आ गए। जिवें स्कूल दे अनुशासन विच रहना हुंदा विद्यार्थी ने, ते मेरे सतगुर दे स्कूल दा अनुशासन तां उदों भी वड्डा है। सो यह है पहला मन की भावना आपां हुण समझ ली। प्रमाण बाणी दे सारे तुहानूं देते, याद रखियो। फिर आके आपां मत्था टेकिया। हुण मत्था टेकण दे पिछे की कॉन्सैप्ट है, की सिद्धांत है? मत्था टेकना कोई कर्मकांड नहीं। मत्था टेकण दे पिछे सिद्धांत की है? गुरु ग्रंथ साहब दे सन्मुख मत्था टेकिया, भाव की है कि असीं गुरबाणी दे सच नूं मन्नण दा प्रण करते हाँ। मत्था टेकिया ते गुरु दी मत नूं अपने मत्थे विच टका लईए। जे गुरु नूं नमस्कार करके गुरु दी मत नूं मत्थे च नहीं टिकाया, अपनी मन मत छड्डी नहीं, फिर मत्था टेकण दा की स्वाद आया? जदों अपनी मत नहीं छड्डी, गुरु दी मत मत्थे च नहीं टिकाई, ते फिर मत्था ही टेकता। मत्था दिखावा मत नहीं टेकना भी चल लोग मत्था टेकी जाते, चल आपां भी टेक लो, लोग कहणगे देखी मत्थे नहीं टेकिया ने। इदां नहीं, मत्था टेकना मन की भावना दे नाल, धर्म का संबंध ही मन दे नाल है। तुरन वेले भी मन च भावना होवे सतगुर दे स्कूल च जा रहे हैं ते सच्चे मन नाल मत्था, उतले मनों मत्था नहीं टेकना गुरु नूं।
ਉਤਲੇ ਮਨੋਂ ਮੱਥਾ ਟੇਕਣ ਨੂੰ ਰਹਿਣ ਦੇ। ਗੁਰੂ ਨਹੀਂ ਵੇਖਦਾ ਤੇਰੇ ਹੱਥ 'ਚ ਕੀ ਹੈ, ਗੁਰੂ ਨਹੀਂ ਵੇਖਦਾ ਤੇਰੀ ਜੇਬ ਦੇ ਵਿੱਚ ਕੀ ਹੈ, ਗੁਰੂ ਤਾਂ ਵੇਖਦਾ ਤੇਰੇ ਦਿਲ ਵਿੱਚ ਕੀ ਹੈ। ਇਸ ਕਰਕੇ ਖੋਟੇ ਦਿਲ ਦੇ ਨਾਲ ਮੱਥਾ ਨਾ ਟੇਕੀ, ਸੱਚੇ ਮਨੋਂ ਮੱਥਾ ਟੇਕ। ਬਾਣੀ ਦਾ ਫੈਸਲਾ ਹੈ ਨਾ, ਪੰਗਤੀਆਂ ਪੜ੍ਹ ਲਓ। ਸੀਸ ਨਵਾਹਿਐ ਕਿਆ ਥੀਐ, ਸੀਸ ਨਵਾਹਿਐ ਕਿਆ ਥੀਐ, ਸੀਸ ਨਵਾਹਿਐ ਕਿਆ ਥੀਐ, ਸੀਸ ਨਵਾਹਿਐ ਕਿਆ ਥੀਐ। ਜਾਂ ਹਿਰਦੈ ਕੋ ਸੁੱਤੇ ਜਾਹੇ, ਸੀਸ ਨਵਾਹਿਐ ਕਿਆ ਥੀਐ, ਸੀਸ ਨਵਾਹਿਐ ਕਿਆ ਥੀਐ। ਦੇਖੋ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਕਿ ਭਾਈ ਸੀਸ ਨਿਵਾਉਣ ਦਾ ਕਿਆ ਹੈ ਜੇ ਦਿਲ ਖੋਟਾ ਹੈ, ਹਿਰਦੈ ਕਸੁੱਧੇ, ਖੋਟੇ ਦਿਲ। ਇਸ ਕਰਕੇ ਮੱਥਾ ਟੇਕਣਾ ਗੁਰੂ ਨੂੰ ਸੱਚੇ ਮਨੋਂ। ਮੱਥਾ ਟੇਕਣ ਪਿੱਛੇ ਸਿਧਾਂਤ ਕੀ ਹੈ? ਪਹਿਲਾਂ ਤਾਂ ਨੁਕਤਾ ਸਮਝ ਲਿਆ ਕਿ ਬਾਣੀ ਦਾ ਗਿਆਨ ਸੁਣ ਕੇ ਮੰਨਣ ਦਾ ਪ੍ਰਣ ਕਰ ਲਿਆ। ਜਿਹਨੇ ਸੱਚੇ ਮਨੋਂ ਮੱਥਾ ਟੇਕਿਆ, ਨਿਸ਼ਾਨੀ ਕੀ ਹੈ ਕਿ ਹੋਰ ਕਿਤੇ ਨਹੀਂ ਮੱਥਾ ਟੇਕੂਗਾ। ਇਹ ਕੱਟੜਤਾ ਨਹੀਂ, ਇਹ ਪਰਪੱਕਤਾ ਹੈ ਕਿ ਸੀਸ ਗੁਰੂ ਨੂੰ ਦੇਤਾ, ਇਹ ਸੀਸ ਹੁਣ ਮੁੜ ਕੇ ਕਿਸੇ ਕਬਰ ਸਮਾਧ ਤੇ, ਕਿਸੇ ਬੁੱਤ ਮੂਰਤੀ ਤੇ, ਕਿਸੇ ਬਾਬੇ ਪੀਰ ਤੇ ਕਿਤੇ ਨਹੀਂ ਝੁਕੂ। ਕਿਉਂ? ਕਿਉਂਕਿ ਸੀਸ ਤਾਂ ਮੈਂ ਦੇਤਾ ਗੁਰੂ ਨੂੰ। ਜਾਂ ਫਿਰ ਦੱਸੋ ਵੀ ਨਹੀਂ ਦਿੱਤਾ। ਸਿੱਖ ਦਾ ਸੀਸ ਤਾਂ ਗੁਰੂ ਦੀ ਅਮਾਨਤ ਹੈ ਨਾ। ਗੁਰੂ ਨੂੰ ਦਿੱਤੀ ਹੋਈ ਚੀਜ਼ ਕਿਤੇ ਹੋਰ ਨਹੀਂ ਰੱਖੀ ਜਾ ਸਕਦੀ। ਹੁਣ ਇਸ ਗੱਲ ਨੂੰ ਕਈ ਸਾਡੇ ਭੈਣ ਭਰਾ ਕੱਟੜਤਾ ਕਹੀ ਜਾਂਦੇ ਆ। ਸਾਰੇ ਨਹੀਂ ਕਹਿੰਦਾ, ਜਿਹੜੇ ਨਹੀਂ ਸੁਣਦੇ ਧਿਆਨ ਨਾਲ। ਇਹ ਪਰਪੱਕਤ ਹੈ ਜੀ, ਕੱਟੜਤਾ ਨਹੀਂ। ਕੱਟੜਤਾ ਕੀ ਹੁੰਦੀ ਹੈ? ਕਿਸੇ ਦੀ ਧੌਣ ਤੇ ਤਲਵਾਰ ਰੱਖ ਕੇ ਜ਼ਬਰਦਸਤੀ ਕਿਸੇ ਤੋਂ ਆਪਣੀ ਗੱਲ ਮਨਵਾਉਣੀ, ਵੀ ਜਾਂ ਤਾਂ ਮੇਰੀ ਗੱਲ ਮੰਨ ਲਾ ਨਹੀਂ ਵੱਢੂਆਂ। ਇਹਨੂੰ ਕੱਟੜਤਾ ਕਹਿੰਦੀ। ਮੈਂ ਔਰੰਗਜ਼ੇਬ ਕਹਿੰਦਾ ਜਾਂ ਤਾਂ ਮੁਸਲਮਾਨ ਬਣ ਜਾਓ ਤੇ ਨਹੀਂ ਤਾਂ ਵੱਢੂ। ਕੀ ਅਸੀਂ ਇਹ ਕੰਮ ਕਰਦੇ ਹਾਂ? ਨਾ। ਬਹੁਤਿਆਂ ਨੂੰ ਲਫ਼ਜ਼ਾਂ ਦੀ ਪਰਿਭਾਸ਼ਾ ਦਾ ਵੀ ਨਹੀਂ ਪਤਾ ਹੁੰਦਾ। ਲੈ ਕੱਟੜਤਾ ਦਾ ਨਾ, ਕੱਟੜਤਾ ਦੀ ਕੀ ਪਰਿਭਾਸ਼ਾ, ਡੈਫੀਨੇਸ਼ਨ ਕੀ ਹੈ ਕੱਟੜਤਾ ਦੀ, ਪਤਾ ਹੀ ਨਹੀਂ ਹੁੰਦਾ। ਅਸੀਂ ਕੱਟੜ ਨਹੀਂ, ਅਸੀਂ ਪਰਪੱਕ ਹੈ। ਪਰਪੱਕਤਾ ਕਿੱਦਾਂ ਦੀ? ਸਿਰਫ ਇੱਕ ਉਦਾਹਰਨ, ਇਸ਼ਾਰਾ ਮਾਤਰ, ਸੁਹਾਗਣ ਵਾਲੀ ਪਰਪੱਕਤਾ। ਪਰਪੱਕਤਾ ਤੋਂ ਬਿਨਾਂ ਸੁਹਾਗਣ ਵੀ ਕਾਹਦੀ ਹੈ? ਏਦਾਂ ਸਾਡਾ ਗੁਰਬਾਣੀ ਗਿਆਨ ਤੋਂ ਬਿਨਾਂ ਕਿਸੇ ਨਾਲ ਕੋਈ ਸੰਬੰਧ ਨਹੀਂ। ਅਸੀਂ ਗੁਰਬਾਣੀ ਤੋਂ ਬਿਨਾਂ ਗੱਲ ਹੀ ਨਹੀਂ ਮੰਨਦੇ ਕਿਸੇ ਦੀ, ਸਾਡਾ ਸੰਬੰਧ ਹੀ ਨਹੀਂ ਕਿਸੇ ਨਾਲ। ਇਹ ਪਰਪੱਕਤ ਹੈ। ਇਸ ਕਰਕੇ ਮੱਥਾ ਟੇਕਤਾ, ਜੇ ਤਾਂ ਸੱਚੇ ਮਨੋਂ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਫਿਰ ਤਾਂ ਮੁੜ ਕੇ ਕਿਸੇ ਹੋਰ ਥਾਂ ਤੇ ਮੱਥਾ ਨਾ ਟੇਕਿਓ। ਸਾਰੇ ਭੈਣ ਭਰਾ, ਸਾਰੇ ਸਰੋਤੇ ਸਤਸੰਗੀ ਸਮਝ ਲਓ। ਤੇ ਜੇ ਐਵੇਂ ਝੂਠੀ ਮੁੱਠੀ ਮੱਥਾ ਟੇਕਿਆ ਫਿਰ ਵੱਖਰੀ ਗੱਲ ਹੈ। ਫਿਰ ਤਾਂ ਗੁਰੂ ਜੀ ਕਹਿੰਦੇ ਝੂਠੀ ਮੁੱਠੀ ਮੱਥਾ ਟੇਕਣ ਨੂੰ ਤਾਂ ਰਹਿਣ ਦੇ। ਪੜ੍ਹ ਲਿਆ ਨਾ ਆਪਾਂ, ਸੀਸ ਨਵਾਇਆ ਕਿਆ ਥੀ ਜੇ ਹਿਰਦੈ ਕਸੁੱਧੇ ਜਾਹੇ। ਮੱਥਾ ਟੇਕਣ ਦਾ ਕਿਹਾ ਜੇ ਦਿਲੀ ਖੋਟਾ ਲਈ ਫਿਰਨਾ। ਹੁਣ ਮੁੜ ਕੇ ਮੱਥਾ ਨਹੀਂ ਟੇਕਣਾ ਕਿਤੇ, ਪੱਕਾ ਕਰ ਲਓ ਕਿਸੇ ਕਬਰ ਸਮਾਧ ਤੇ, ਕਿਸੇ ਬਾਬੇ ਪੀਰ ਤੇ, ਕਿਸੇ ਬੁੱਤ ਮੂਰਤੀ ਅੱਗੇ ਮੁੜ ਕੇ ਨਹੀਂ ਕਿਤੇ ਮੱਥਾ ਟੇਕਣਾ। ਸੀਸ ਗੁਰੂ ਦਾ ਹੋ ਗਿਆ। ਫਿਰ ਮੱਥਾ ਟੇਕਣ ਦਾ ਇੱਕ ਅਗਲਾ ਭਾਵ ਹੈ ਕਿ ਗੁਰਬਾਣੀ ਤੋਂ ਬਿਨਾਂ ਅਸੀਂ ਗੱਲ ਨਹੀਂ ਕਿਸੇ ਦੀ ਮੰਨਣੀ।
हाँ, गुरबाणी की गल कोई समझा देवे सानू, ਉਹਦੇ ਨਾਲ ਭੈਣ ਭਾਈਆਂ ਵਾਲਾ ਪਿਆਰ ਰੱਖਿਆ ਜਾ ਸਕਦਾ है। मेरे हर प्रीतम की कोई बात सुनावे सो भाई सो मेरा वीर। कोई मेरे मालक की गल समझा देवे बाणी दे राही, भैणां ने ਉਹਨੂੰ ਵੀਰ समझ ਲੈਣਾ है, भाइयों ने भाई समझ ਲੈਣਾ है। गुरसिख भैन भरा ਹੁੰਦੇ है, पर गल मननी है गुरु दी। हुण साडी गल नहीं तुसीं मननी, गल गुरु दी। हाँ, किते भुल हो जे ਉਹ ਵੱਖਰੀ गल है, ਉਹ ਮੇਰੇ ਧਿਆਨ ਚ ਲਿਆ ਦਿਓ, ਆਪਾਂ ਸੋਧ ਲਾਂਗੇ। ਭੁੱਲ ਐਸੀ ਗਲਤੀ ਜੋ ਧਿਆਨ ਵਿੱਚ ਨਹੀਂ ਆਉਂਦੀ। ਸੋ ਸਾਡੀਆਂ ਤਾਂ ਭੁੱਲਾਂ ਹੋ ਸਕਦੀਆਂ, ਗਿਆਨ ਤਾਂ ਸਾਰੇ ਹੀ ਗੁਰੂ ਦਾ ਹੈ। ਗਿਆਨ ਅਸੀਂ ਕੋਈ ਨਹੀਂ ਕਿਸੇ ਨੂੰ ਦੇਣ ਆਏ, ਗਿਆਨ ਆਪਾਂ ਗੁਰੂ ਦੀ ਗਿਆਨ ਦੀ ਵਿਚਾਰ ਕਰਨ ਆਏ ਹਾਂ। ਇਸ ਕਰਕੇ ਗੱਲ ਆਪਾਂ ਗੁਰੂ ਦੀ ਮੰਨਣੀ ਹੈ। ਗੁਰਬਾਣੀ ਦੀ ਗੱਲ ਸਮਝਾਉਣ ਵਾਲੇ ਨਾਲ ਭੈਣ ਭਾਈਆਂ ਵਾਲਾ ਪਿਆਰ ਰੱਖਣਾ, ਫਤਿਹ ਦੀ ਸਾਂਝ। ਗੁਰਸਿੱਖ ਭੈਣ ਭਰਾ ਹੁੰਦੇ ਆ। ਸੋ ਏਦਾਂ ਇਹ ਹੈ ਜੀ ਮੱਥਾ ਟੇਕਣ ਦਾ ਦੇ ਪਿੱਛੇ ਸਿਧਾਂਤ ਵੀ ਗੁਰੂ ਦਾ ਵਚਨ ਮੰਨਣ ਦਾ ਪ੍ਰਣ ਕਰ ਲਿਆ, ਬਸ ਗੁਰੂ ਤੋਂ ਬਿਨਾਂ ਹੋ ਸੀਸ ਨਹੀਂ ਕਿਤੇ ਝੁਕੂ, ਗੁਰੂ ਤੋਂ ਬਿਨਾਂ ਗੱਲ ਨਹੀਂ ਕਿਸੇ ਦੀ ਮੰਨਣੀ। ਇਹ ਸਨਮੁਖ ਸਿੱਖ ਦੀ ਨਿਸ਼ਾਨੀ ਹੈ। ਇਹ ਵੀ ਪੜ੍ਹ ਲਓ ਬਾਣੀ ਚੋਂ ਹੀ। ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨ ਅਵਰ ਨਾ ਜਾਣੇ ਕੋਈ। ਕਹੈ ਨਾਨਕ ਸੁਣਹੁ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਕੀ ਕਹਿ ਰਹੇ ਨੇ ਗੁਰੂ ਬਾਬਾ ਜੀ? ਕਹਿੰਦੇ ਜਿਨ੍ਹਾਂ ਨੇ ਆਪਣੀ ਮਰਜ਼ੀ ਛੱਡ ਦਿੱਤੀ, ਆਪ ਛੱਡ ਦਾ ਭਾਵ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ, ਸਮਰਪਣ, ਸੁਰੈਂਡਰ। ਆਪਣੀ ਮਨ ਮਰਜ਼ੀ ਛੱਡਤੀ, ਆਪਣਾ ਆਪ ਗੁਰੂ ਨੂੰ ਸੌਂਪਤਾ, ਆਪ ਛੱਡ। ਸਦਾ ਰਹੇ ਪਰਨੇ, ਜਿਹੜੇ ਸਦਾ ਹੀ ਗੁਰਬਾਣੀ ਦੇ ਸਹਾਰੇ ਜੀਵਨ ਜਿਉਂਦੇ। ਪਰਨੇ ਦਾ ਅਰਥ ਹੁੰਦਾ ਪ੍ਰੈਣ, ਆਸ਼ਰਤ। ਗੁਰਬਾਣੀ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਣਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਮੈਨੂੰ ਗੁਰਬਾਣੀ ਦੀ ਆਸਰਾ ਹੈ ਤੇ ਮੈਂ ਗੁਰਬਾਣੀ ਦੇ ਨਾਲ ਹੀ ਜੁੜਿਆ ਰਹਾ। ਹਰ ਇੱਕ ਨੇ ਇਹੀ ਭਾਵਨਾ ਰੱਖਣੀ ਹੈ। ਇਹਨੂੰ ਕਹਿੰਦੇ ਨੇ ਸਦਾ ਰਹੇ ਪਰਨੇ। ਸਦਾ ਹੀ ਗੁਰ ਪ੍ਰੈਣ ਹੋ ਕੇ, ਗੁਰ ਆਸ਼ਰਤ ਹੋ ਕੇ ਕਹਿ ਲੋ, ਗੁਰਬਾਣੀ ਦੇ ਗਿਆਨ ਸਹਾਰੇ ਜੀਵਨ ਜਿਉਣਾ। ਆਪਣੀ ਮਨ ਮਰਜ਼ੀ ਛੱਡਤੀ, ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨ ਆਵਰ ਨਾ ਜਾਣੇ ਕੋਈ। ਗੁਰ ਤੋਂ ਬਿਨਾ ਰੱਬੀ ਗਿਆਨ। ਗੁਰ ਦਾ ਅਰਥ ਕੀ ਹੈ? ਰੱਬੀ ਗਿਆਨ, ਗੁਰਬਾਣੀ, ਗੁਰਮਤਿ ਫਲਸਫਾ, ਸੱਚਾ ਗਿਆਨ। ਅਸੀਂ ਇਸ ਸੱਚੇ ਗਿਆਨ ਤੋਂ, ਗੁਰਮਤਿ ਫਲਸਫੇ ਤੋਂ, ਰੱਬੀ ਗਿਆਨ ਤੋਂ ਬਿਨਾ ਗੱਲ ਨਹੀਂ ਕਿਸੇ ਦੀ ਮੰਨਣੀ। ਗੁਰ ਬਿਨ ਆਵਰ ਨਾ ਜਾਣੇ ਕੋਈ। ਕਹੈ ਨਾਨਕ ਸੁਣਹੁ ਸੰਤ ਹੋ। ਗੁਰੂ ਨਾਨਕ ਬਾਬਾ ਜੀ ਤੀਜੇ ਸਰੂਪ 'ਚ ਵਚਨ ਕਹਿ ਰਹੇ ਹੈ। ਮਹਿਲਾ ਤੀਜਾ ਦਾ ਪਾਠ ਹੈ, ਆਨੰਦ ਸਾਹਿਬ 'ਚ ਆਪਾਂ ਪੜ੍ਹਦੇ ਹਾਂ। ਕਹੈ ਨਾਨਕ ਸੁਣਹੁ ਸੰਤ ਹੋ। ਗੁਰੂ ਬਾਬਾ ਜੀ ਕਹਿੰਦੇ ਸਤ ਸੰਗੀਓ ਸੁਣੋ। ਸੰਤ ਹੋ ਆ ਗਿਆ ਨਾ, ਜਿੱਥੇ ਸੰਤ ਲਫ਼ਜ਼ ਬਹੁ ਵਚਨ ਹੈ, ਇਹਦਾ ਅਰਥ ਕੀ ਹੁੰਦਾ? ਸਤ ਸੰਗੀ, ਸਾਰੀ ਗੁਰੂ ਕੀ ਸੰਗਤ। ਚੇਤੇ 'ਚ ਰੱਖਿਓ, ਗੁਰੂ ਘਰ ਵਿੱਚ ਤੀਜੀ ਧਿਰ ਕੋਈ ਨਹੀਂ। ਗੁਰੂ ਤੇ ਗੁਰੂ ਕੀ ਸੰਗਤ ਬਸ। ਤੀਜੀ ਧਿਰ ਨਹੀਂ ਗੁਰੂ ਘਰ ਵਿੱਚ ਕੋਈ। ਆਹ ਗੱਲ ਕਿਤੇ ਸਮਝ ਆ ਜੇ ਸਾਡੇ ਭੈਣ ਭਰਾਵਾਂ ਨੂੰ, ਅਸੀਂ ਡੇਰਾਵਾਦ ਤੋਂ, ਦੇਹਵਾਦ, ਬਾਬਾਵਾਦ ਤੋਂ ਬਚ ਸਕਦੇ ਹਾਂ। ਸਿੱਖ ਸਿੱਖ ਹੈ, ਗੁਰੂ ਗੁਰੂ ਹੈ, ਬਸ। ਸਿੱਖ ਸਿੱਖੀ ਬਣ ਜੇ ਬਹੁਤ ਹੈ, ਬਸ ਕਾਫੀ ਹੈ। ਗੁਰੂ ਤੇ ਗੁਰੂ ਕੀ ਸੰਗਤ, ਤੀਜੀ ਧਿਰ ਕੋਈ ਨਹੀਂ। 10ਵੇਂ ਪਾਤਸ਼ਾਹ ਤੱਕ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਕੋਈ ਤੀਜੀ ਧਿਰ ਨਹੀਂ ਗੁਰੂ ਘਰ 'ਚ। ਬੜੇ ਕਰਨੀ ਵਾਲੇ ਗੁਰਸਿੱਖ ਹੋਏ, ਬੜੇ ਮਹਾਨ ਵਿਰਤੀ ਵਾਲੇ ਗੁਰ, ਪਰ ਉਹ ਸਿੱਖ ਹੀ ਬਣ ਕੇ ਰਹੇ। ਇਹ ਨਹੀਂ ਵੀ ਸਿੱਖ ਕੁਛ ਹੋਰ ਬਣ ਜਾਂਦਾ, ਨਹੀਂ ਜੀ। ਸਿੱਖ ਤਾਂ ਸਿੱਖ ਹੀ ਬਣ ਕੇ ਰਹਿੰਦਾ। ਬੜੀਆਂ ਕੁਰਬਾਨੀਆਂ ਵਾਲੇ ਗੁਰਸਿੱਖ ਹੋਏ, ਪਰ ਉਹ ਸਿੱਖ ਹੀ ਰਹੇ। ਇਹ ਨਹੀਂ ਉਹਨਾਂ ਨੇ ਗੱਦੀਆਂ ਲਾ ਲਈਆਂ, ਆਪਣੇ ਕੋਈ ਵੱਖਰੇ ਪ੍ਰਸ਼ਾਦ ਦੇਣ ਲੱਗੇ, ਆਪਣੇ ਕੋਈ ਵੱਖਰੀ ਮਰਿਆਦਾ ਚਲਾ ਲਈ। ਨਾ ਨਾ, ਗੱਲ ਨੂੰ ਸਮਝੋ, ਇਹ ਯਥਾਰਥ ਗੱਲਾਂ ਨੂੰ ਸਮਝਿਓ। ਚਲੋ ਇੱਥੇ ਤਾਂ ਗੁਰੂ ਤੇ ਗੁਰੂ ਕੀ ਸੰਗਤ ਹੈ, ਆਪਾਂ ਸਾਰੇ ਗੁਰੂ ਕੀ ਸੰਗਤ ਹੈ। ਇਹ ਅਲੱਗ ਗੱਲ ਹੈ ਵੀ ਸਾਨੂੰ ਜਿੰਨੀ ਕੁ ਗੁਰੂ ਨੇ ਮੱਤ ਦਿੱਤੀ ਹੈ ਤੁਹਾਨੂੰ ਸੁਣਾ ਦੇਣਾ, ਤੁਸੀਂ ਸੁਣ ਲਿਆ। ਸਮਾਪਤੀ ਤੇ ਆਪਾਂ ਸਾਰੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕ ਲਾਂਗੇ। ਵਕਤਾ ਸਮਾਪਤੀ ਤੋਂ ਬਾਅਦ ਸਰੋਤਿਆਂ ਦੇ ਵਿੱਚ ਹੀ ਰਲ ਜਾਂਦਾ ਹੈ। ਜਿਵੇਂ ਦਿਨ ਗੁਰਬਾਣੀ ਸੁਣਾਉਣੇ, ਸਟੇਜ ਤੇ ਬੈਠੇ ਹੈ, ਗੁਰਬਾਣੀ ਸਮਾਪਤੀ ਹੋ ਗਈ, ਤੁਹਾਡੇ ਵਿੱਚ ਹੀ। ਜੇ ਵਕਤਾ ਸਰੋਤਿਆਂ ਵਿੱਚ ਨਹੀਂ ਰਲਦਾ ਤਾਂ ਫਿਰ ਇਹਦਾ ਭਾਵ ਕਿ ਅੰਦਰ ਕੋਈ ਮੈਂ ਭਾਵ ਹੈ, ਈਗੋ ਹੈ। ਇਸ ਕਰਕੇ ਇਹ ਗੁਰੂ ਘਰ ਦੇ ਨਿਯਮਾਂ ਦੀ ਗੱਲ ਕੀਤੀ ਹੈ ਆਪਾਂ। ਨਿਯਮ ਹੈ, ਵਕਤਾ ਸਰੋਤਿਆਂ 'ਚ ਰਲ ਗਿਆ ਬਸ। ਇਸ ਕਰਕੇ ਇੱਥੇ ਤੀਜੀ ਤਾਂ ਧਿਰ ਹੀ ਨਹੀਂ ਨਾ, ਕੋਈ ਗੱਲ ਹੀ ਖਤਮ ਹੋ ਗਈ। ਧਿਰ ਤੀਜੀ ਹੈ ਨਹੀਂ ਕੋਈ। ਗੁਰੂ ਜੀ ਨੇ, ਗੁਰੂ ਕੀ ਸੰਗਤ ਹੈ ਸਾਰੀ।
ਇੱਕ ਵਚਨ ਸੰਤ ਸਤਿਗੁਰੂ, ਬਹੁ ਵਚਨ ਸਤ ਸੰਗੀ। ਇੱਕ ਵਚਨ ਵੀ ਲੈ ਲਓ, ਵਿੱਚੋਂ ਗੱਲ ਆ ਗਈ ਸਤਿਗੁਰ ਸੰਤ ਮਿਲੈ, ਸ਼ਾਂਤ ਪਾਈਐ, ਕਿਲ ਵਿਖ ਦੁੱਖ ਕਾਟੇ ਸਭ ਦੂਰੇ। ਸਤਿਗੁਰ ਸੰਤ ਨਾਲ ਜੁੜ ਜਾਈਏ। ਇਸ ਕਰਕੇ ਹਰ ਕਾ ਸੰਤ ਕੌਣ ਹੈ? ਹਰ ਕਾ ਸੰਤ ਕੌਣ ਹੈ? ਹਰ ਕਾ ਸੰਤ ਸਤਿਗੁਰ ਸਤਿਪੁਰਖਾ, ਜੋ ਬੋਲੇ ਹਰ ਹਰ ਬਾਣੀ, ਜੋ ਜੋ ਕਹੈ ਸੁਣੈ ਸੋ ਮੁਕਤਾ, ਹਮ ਤਿਸ ਕੈ ਸਦ ਕੁਰਬਾਨੀ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ। ਗੁਰੂ ਸੰਤ ਦੇ ਦਰਸ਼ਨ ਸਿੱਧ ਹੋ ਗਿਆ ਨਾ, ਹਰ ਗੱਲ ਬਾਣੀ ਤੋਂ ਸਿੱਧ ਕਰਨੀ ਹੈ। ਸਿੱਧ ਹੋ ਗਿਆ ਨਾ, ਪਿਆਰਾ ਸੰਤ ਗੁਰੂ ਹੈ। ਤੇ ਬਹੁ ਵਚਨ ਰੂਪ ਦੇ ਵਿੱਚ ਸਤ ਸੰਗੀ ਹੈ ਸਾਰੇ। ਇਸ ਕਰਕੇ ਇੱਥੇ ਕੀ ਕਹਿ ਦਿੱਤਾ? ਕਹੈ ਨਾਨਕ ਸੁਣੋ ਸੰਤ ਹੋ। ਗੁਰੂ ਬਾਬਾ ਜੀ ਕਹਿੰਦੇ ਸਤ ਸੰਗੀਓ ਸੁਣੋ ਸੋ ਸਿੱਖ ਸਨਮੁਖ ਹੋਏ। ਉਹੀ ਭਾਈ ਗੁਰੂ ਦਾ ਸਨਮੁਖ ਸਿੱਖ ਹੁੰਦਾ ਹੈ। ਕੌਣ? ਜੋ ਤਿੰਨ ਨਿਸ਼ਾਨੀਆਂ ਦੱਸਤੀਆਂ, ਜਿਹਨੇ ਆਪਣੀ ਮਨ ਮਰਜ਼ੀ ਛੱਡ ਦਿੱਤੀ, ਆਪ ਛੱਡ, ਜਿਹਨੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲਿਆ, ਸਦਾ ਰਹਿ ਪਰਨੇ। ਜਿਹੜੇ ਗੁਰਬਾਣੀ ਤੋਂ ਬਿਨਾਂ ਗੱਲ ਨਹੀਂ ਕਿਸੇ ਦੀ ਮੰਨਦੇ, ਉਹੀ ਸਿੱਖ ਹੈ ਗੁਰੂ ਕੇ। ਸਿੱਖ ਚਾਹੇ ਭੈਣ ਹੈ ਚਾਹੇ ਭਰਾ ਹੈ, ਦੱਸਣਾ ਪੈਂਦਾ ਨਾ। ਭੈਣ ਵੀ ਗੁਰੂ ਕਾ ਸਿੱਖ ਹੈ, ਭਾਈ ਵੀ ਗੁਰੂ ਕਾ ਸਿੱਖ ਹੈ। ਭੈਣ ਵੀ ਗੁਰੂ ਕਾ ਖਾਲਸਾ ਹੈ, ਭਾਈ ਵੀ ਗੁਰੂ ਕਾ ਖਾਲਸਾ ਹੈ। ਕੌਰ ਖਾਲਸਾ, ਸਿੰਘ ਖਾਲਸਾ। ਖਾਲਸੀ ਲਫ਼ਜ਼ ਹੁੰਦਾ ਹੀ ਨਹੀਂ। ਖਾਲਸਾ ਲਫ਼ਜ਼ ਦਾ ਇਸਤਰੀਵਾਚਕ ਹੈ ਹੀ ਨਹੀਂ। ਸਿੱਖ ਲਫ਼ਜ਼ ਦਾ ਇਸਤਰੀਵਾਚਕ ਨਹੀਂ ਹੁੰਦਾ। ਇਹ ਲਫ਼ਜ਼ ਸਾਂਝੇ ਹੁੰਦੇ ਨੇ ਇਸਤਰੀ ਪੁਰਸ਼ ਵਾਸਤੇ। ਗੁਰੂ ਨਾਨਕ ਘਰ ਦੀ ਵਡਿਆਈ ਹੈ ਕਿ ਭੈਣ ਵੀ ਗੁਰੂ ਕਾ ਸਿੱਖ ਹੈ, ਭਾਈ ਵੀ ਗੁਰੂ ਕਾ ਸਿੱਖ ਹੈ। ਜੋ ਸਿੱਖ ਕਹਿਤਾ ਸਾਰੇ ਭੈਣ ਭਰਾ ਆ ਗਏ ਉਹਦੇ ਵਿੱਚ ਹੀ। ਜਦੋਂ ਖਾਲਸਾ ਕਹਿਤਾ ਸਾਰੇ ਭੈਣਾਂ ਵੀ ਖਾਲਸੇ ਦੇ ਵਿੱਚ ਹੀ ਆ ਗਈਆਂ। ਭੈਣ ਵੀ ਗੁਰੂ ਕਾ ਖਾਲਸਾ ਹੈ। ਗੁਰੂ ਇਹ ਨਹੀਂ ਵੀ ਭੈਣ ਗੁਰੂ ਕੀ ਖਾਲਸੀ ਹੈ ਨਾ। ਇਹੀ ਤਾਂ ਵਡਿਆਈ। ਇੱਥੇ ਮੇਲ ਫਮੇਲ ਦਾ ਫਰਕ ਹੀ ਕੋਈ ਨਹੀਂ ਨਾ। ਚਲੋ ਏਦਾਂ ਹੁਣ ਆਪਾਂ ਸਮਝ ਲਿਆ ਕੁਝ ਮੁੱਢਲੀਆਂ ਗੱਲਾਂ ਬਾਰੇ। ਮੱਥਾ ਟੇਕਣ ਦੇ ਪਿੱਛੇ ਕੀ ਸਿਧਾਂਤ ਹੈ, ਮੇਰਾ ਖਿਆਲ ਆਪਾਂ ਨੂੰ ਸਮਝ ਆ ਗਈ। ਵਿਸਥਾਰ ਚ ਆਪਾਂ ਗੱਲ ਕਰ ਲਈ। ਫਿਰ ਸਤਸੰਗ ਵਿੱਚ ਸਾਵਧਾਨ ਬੈਠ ਕੇ ਇਕਾਗਰ ਹੋ ਕੇ ਸੁਣਨਾ ਹੁੰਦਾ ਹੈ। ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਭਾਵ ਸੁਚੇਤ, ਅਲਰਟ ਹੋ ਕੇ ਬੈਠੋ, ਕਿਤੇ ਊਂਘ ਨਾ ਪੈ ਜਾਵੇ, ਆਲਸ ਨਾ ਪੈ ਜਾਵੇ। ਇਕਾਗਰ ਹੋ ਕੇ ਬਾਣੀ ਦੀ ਵਿਚਾਰ ਨੂੰ ਸੁਣੋ। ਇਹ ਬੈਠਣ ਦਾ ਨਿਯਮ ਹੈ। ਸਾਵਧਾਨ ਹੋ ਕੇ ਬੈਠੋ, ਇਕਾਗਰ ਹੋ ਕੇ ਸੁਣੋ। ਫਿਰ ਅਗਲਾ ਨਿਯਮ ਹੈ ਸਤਸੰਗੀ ਵਾਸਤੇ ਕਿ ਗੁਰੂ ਘਰ ਵਿੱਚ ਅਸੀਂ ਸੱਚ ਜਾਣਨ ਵਾਸਤੇ ਆਏ ਹਾਂ। ਸੱਚ ਜਾਣਨ ਵਾਸਤੇ ਆਪਣੇ ਪਹਿਲਾਂ ਬਣੇ ਹੋਏ ਖਿਆਲਾਂ ਨੂੰ ਛੱਡਣਾ ਪੈਂਦਾ ਹੈ। ਕੁਝ ਸਾਰੇ ਨਹੀਂ ਕਹਿੰਦਾ, ਕੁਝ ਆਪਣੇ ਖਿਆਲਾਂ ਦੀ ਪ੍ਰੋੜਤਾ ਚਾਹੁੰਦੇ ਆ। ਗੁਰੂ ਦੇ ਦਰ ਤੇ ਕਿਸੇ ਦੇ ਖਿਆਲਾਂ ਦੀ ਪ੍ਰੋੜਤਾ ਨਹੀਂ ਕੀਤੀ ਜਾਂਦੀ। ਇੱਥੇ ਤਾਂ ਆਪਣੇ ਬਣੇ ਹੋਏ ਖਿਆਲਾਂ ਨੂੰ ਛੱਡਣਾ ਪੈਂਦਾ ਹੈ, ਤਾਂ ਅਸੀਂ ਸੱਚ ਨੂੰ ਸਮਝ ਸਕਦੇ ਹਾਂ। ਆਪਣੇ ਪਹਿਲਾਂ ਬਣੇ ਹੋਏ ਖਿਆਲਾਂ ਨੂੰ ਛੱਡ ਕੇ ਹੀ ਸੱਚ ਨੂੰ ਸਮਝਿਆ ਜਾ ਸਕਦਾ ਹੈ। ਇਹ ਜ਼ਰੂਰੀ ਗੱਲਾਂ ਹੈ। ਇਸ ਕਰਕੇ ਇੱਥੇ ਅਸੀਂ ਨਿਰਪੱਖ ਬਿਰਤੀ ਲੈ ਕੇ ਆਉਣਾ ਹੈ। ਨਾ ਕਿਸੇ ਦਾ ਪੱਖ, ਨਾ ਕਿਸੇ ਦਾ ਵਿਰੋਧ। ਅਸੀਂ ਸੱਚ ਨੂੰ ਜਾਣਨਾ ਹੈ। ਉਸਤਤ ਨਿੰਦਾ ਦੋ ਤਿਆਗ ਹੈ। ਨਾ ਕਿਸੇ ਦੀ ਫੋਕੀ ਵਡਿਆਈ ਕਰਨੀ ਹੈ, ਨਾ ਹੀ ਕੋਲੋਂ ਗੱਲ ਬਣਾ ਕੇ ਕਿਸੇ ਦੀ ਬਦਨਾਮੀ ਕਰਨੀ ਹੈ। ਦੋਨੇ ਕੰਮ ਹੀ ਛੱਡਦੇ ਨੇ ਤੇ ਸੱਚ ਨੂੰ ਜਾਣਨਾ। ਉਸਤਤ ਨਿੰਦਾ ਦੋ ਤਿਆਗ ਹੈ, ਖੋਜੈ ਪਦ ਨਿਰਵਾਨਾ। ਜਨ ਨਾਨਕੇ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇਸ ਕਰਕੇ ਭਾਈ ਸੱਚ ਜਾਣਨ ਵਾਸਤੇ ਆਏ ਹਾਂ ਆਪਾਂ ਇੱਥੇ, ਤੇ ਨਿਰਪੱਖ ਬਿਰਤੀ ਲੈ ਕੇ ਸੱਚ ਨੂੰ ਜਾਣਨਾ ਹੈ। ਜਾਤ ਗੋਤ ਤੋਂ ਉੱਪਰ ਉੱਠਣਾ ਹੈ। ਜਿਹੜਾ ਜਾਤ ਗੋਤ ਨਾ ਵੱਜਿਆ ਉਹ ਕਦੇ ਵੀ ਉਹਦੀ ਸੁਰਤ ਸੱਚ ਮੰਡਲ ਵਿੱਚ ਉਡਾਰੀ ਨਹੀਂ ਲਾ ਸਕਦੀ। ਇਹ ਤੰਗ ਪਿੰਜਰਿਆਂ ਚੋਂ ਬਾਹਰ ਨਿਕਲ ਜੋ ਜਾਤਾਂ ਗੋਤਾਂ ਦੇ। ਇਸੇ ਕਰਕੇ ਖੰਡੇ ਦੀ ਪਹੁਲ ਛਕਾ ਕੇ ਕਿਹਾ ਜਾਂਦਾ ਕੁਲ ਨਾਸ਼, ਕਾਸਟ ਸਭ ਕਾਸਟ ਖਤਮ। ਚਲੋ ਤਾਂ ਤੇ ਹੁਣ ਸੱਚ ਜਾਣਨ ਵਾਸਤੇ ਸੱਚ ਦੇ ਗੁਣ ਪਤਾ ਹੋਣਾ ਚਾਹੀਦਾ। ਇਹ ਵੀ ਕਹਿੰਦੇ ਆ ਤਾਂ ਕਿ ਸਾਡੇ ਅੰਦਰ ਸੱਚ ਦਾ ਇਸ਼ਕ ਪੈਦਾ ਹੋ ਜਾਵੇ। ਸੱਚ ਦਾ ਇਸ਼ਕ ਹੀ ਧਰਮ ਹੈ। ਏਕੋ ਧਰਮ ਦ੍ਰਿੜੈ ਸੱਚ ਕੋਈ।
ਇੱਕੋ ਹੀ ਧਰਮ ਹੈ ਜੇ ਕੋਈ ਸੱਚ ਨੂੰ ਦ੍ਰਿੜ ਕਰ ਲਵੇ, ਸੱਚ ਦਾ ਚੇਲਾ ਬਣ ਜਾਵੇ, ਸੱਚ ਨੂੰ ਗੁਰੂ ਬਣਾ ਲਵੇ। ਸੱਚ ਦਾ ਪਹਿਲਾ ਗੁਣ ਕੀ ਹੈ ਜੀ? ਸੱਚ ਸਰਬ ਸਾਂਝਾ ਹੁੰਦਾ ਹੈ। ਸਰਬ ਸਾਂਝਾ ਕਹਿ ਲੋ, ਵਿਸ਼ਵ ਵਿਆਪੀ ਕਹਿ ਲੋ, ਬ੍ਰਹਿਮੰਡੀ ਕਹਿ ਲੋ, ਯੂਨੀਵਰਸਲ ਕਹਿ ਲੋ। ਸੱਚ ਨੂੰ ਜਾਤਾਂ, ਗੋਤਾਂ, ਵਰਨਾਂ, ਮਜ਼੍ਹਬਾਂ, ਦੇਸਾਂ, ਨਸਲਾਂ ਦੇ ਵਿੱਚ ਵੰਡਿਆ ਨਹੀਂ ਜਾ ਸਕਦਾ। ਸੱਚ ਅਣਵੰਡਿਆ ਹੁੰਦਾ ਹੈ। ਸੱਚ ਨੂੰ ਡਿਵਾਈਡ ਨਹੀਂ ਕੀਤਾ ਜਾ ਸਕਦਾ। ਸੱਚ ਦੇ ਨਾਲ ਕੋਈ ਤਖੱਲਸ ਨਹੀਂ ਲੱਗਦਾ ਵੀ ਹਿੰਦੂ ਸੱਚ, ਮੁਸਲਮ ਸੱਚ, ਜਾਂ ਈਸਾਈ ਸੱਚ, ਜਾਂ ਸਿੱਖ ਸੱਚ। ਗਲਤ। ਸੱਚ ਦੇ ਨਾਲ ਕੋਈ ਤਖੱਲਸ ਨਹੀਂ ਲੱਗਦਾ। ਇਹ ਨਹੀਂ ਵੀ ਹਿੰਦੂ ਸੱਚ ਹੋਰ ਹੁੰਦਾ ਹੈ, ਵੀ ਮੁਸਲਮ ਸੱਚ ਹੋਰ ਹੁੰਦਾ ਹੈ, ਈਸਾਈ ਸੱਚ। ਸੱਚ ਸਰਬ ਸਾਂਝਾ ਹੁੰਦਾ ਹੈ ਤੇ ਸੱਚ ਇੱਕ ਹੁੰਦਾ ਹੈ। ਇੱਕ ਹੁੰਦਾ ਤਾਂ ਹੀ ਤਾਂ ਸਰਬ ਸਾਂਝਾ। ਸੱਚ ਕਦੇ ਵੀ ਦੋ ਨਹੀਂ ਹੁੰਦੇ। ਜੇ ਸੱਚ ਇੱਕ ਹੈ ਤਾਈਓ ਤਾਂ ਸਾਰੇ ਸਤਿਪੁਰਸ਼ ਇੱਕੋ ਮੰਜੀ ਸਾਹਿਬ ਤੇ ਸੁਸ਼ੋਭਤ ਨੇ ਸ਼ਬਦ ਰੂਪ ਦੇ ਵਿੱਚ। ਸ਼ੇਖ ਫਰੀਦ ਸਾਹਿਬ ਵੀ ਉੱਥੇ ਬੈਠੇ ਨੇ, ਗੁਰੂ ਨਾਨਕ ਬਾਬਾ ਜੀ ਦੇ ਨਾਲ ਹੀ ਬੈਠੇ, ਭਗਤ ਰਵਿਦਾਸ ਜੀ ਮਹਾਰਾਜ ਵੀ ਉੱਥੇ ਬੈਠੇ ਹੈ, ਕਬੀਰ ਸਾਹਿਬ ਮਹਾਰਾਜ। ਕਿਉਂਕਿ ਸੱਚ ਇੱਕ ਹੈ। ਸੱਚ ਕਦੇ ਦੋ ਨਹੀਂ ਹੁੰਦੇ। ਇਹ ਹੁਣ ਪੱਕਾ ਸਬੂਤ ਦੇਤਾ ਨਾ। ਇਸ ਕਰਕੇ ਸੱਚ ਨੂੰ ਵੰਡਿਆ ਨਹੀਂ ਜਾ ਸਕਦਾ। ਕੋਈ ਇੱਕ ਹੈ ਸੱਚ, ਵੰਡਿਆ ਕਿਵੇਂ ਜਾਊ? ਸੱਚ ਤਾਂ ਨਾ ਵੰਡਿਆ। ਸੱਚ ਦੇ ਗਾਹਕ ਥੋੜੇ ਹੁੰਦੇ ਨੇ, ਵੱਖਰੀ ਗੱਲ ਹੈ, ਮਾਫ ਕਰ ਦੇਣਾ। ਮਾਲਕ ਦੀ ਰਚਨਾ ਹੀ ਐਸੀ ਹੈ, ਹੈਨ ਵਿਰਲੇ ਨਾਹੀਂ ਘਣੇ ਫੈਲ ਫੱਕੜ। ਵਿਰਲੇ ਦਾ ਇੱਥੇ ਭਾਵ ਗਿਣਤੀ ਵੀ ਨਹੀਂ, ਇਹ ਵੀ ਦੱਸਦੇ ਆ। ਵਿਰਲੇ ਦਾ ਭਾਵ ਹੁੰਦਾ ਵੀ ਕੁਝ ਚੋਣਵੇਂ ਮਨੁੱਖ ਹੁੰਦੇ ਆ। ਮਨੁੱਖ ਦਾ ਅਰਥ ਇਸਤਰੀ ਪੁਰਸ਼ ਕੋਈ ਹੈ, ਮਾਨਸ ਦੇਹ ਨੂੰ ਮਨੁੱਖ ਕਹਿੰਦੇ ਆ ਵੀ ਚੋਣਵੇਂ। ਵਿਰਲੇ ਦਾ ਅਰਥ ਇੱਥੇ ਚੋਣਵੇਂ, ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਸਿਲੈਕਟਡ ਪਰਸਨ। ਹੁਣ ਵਿਰਲੇ ਦੀ ਗੱਲ ਸਮਝ ਆ ਗਈ ਨਾ ਅਰਥ? ਉਹਨਾਂ ਵਿਰਲਿਆਂ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ। ਤੁਸੀਂ ਵੀ ਬਾਣੀ ਦੇ ਸੱਚ ਨੂੰ ਮੰਨ ਕੇ ਸਿਲੈਕਟਡ ਪਰਸਨ ਬਣ ਸਕਦੇ ਹੋ। ਇਸ ਕਰਕੇ ਕੁਝ ਚੋਣਵੇਂ ਮਨੁੱਖ ਹੀ ਸੱਚ ਨੂੰ ਮੰਨਦੇ ਆ। ਰਚਨਾ ਹੀ ਐਸੀ ਹੈ ਕੁਝ ਮਾਲਕ ਦੀ। ਚੋਣਵੇਂ ਮਨੁੱਖ ਅਰਥ ਦਾ। ਬਹੁਤੀ ਸਾਰੀ ਦੁਨੀਆ ਨਹੀਂ ਸੱਚ ਨੂੰ ਮੰਨਦੀ। ਸੱਚ ਨੂੰ ਮੰਨਣਾ ਤਾਂ ਕੀ ਹੈ? ਬਹੁਤੀ ਦੁਨੀਆ ਤਾਂ ਸੱਚ ਨੂੰ ਨਿੰਦਾ ਕਹਿ ਦਿੰਦੀ ਹੈ। ਸੱਚੀ ਗੱਲ ਕਹਿ ਦਿਓ, ਨਿੰਦਾ ਕਹਿੰਦੇ ਆ। ਸੱਚੀ ਗੱਲ ਕਹਿ ਦਿਓ, ਕੀ ਕਹਿੰਦੇ ਨੇ? ਕਹਿੰਦੇ ਸੱਚ ਕੌੜਾ ਹੁੰਦਾ। ਸੱਚ ਨੂੰ ਕੌੜਾ ਕਹਿੰਦੀ ਹੈ ਦੁਨੀਆ, ਨਿੰਦਾ ਕਰਦੀ ਹੈ ਸੱਚ ਦੀ। ਸੱਚ ਕੌੜਾ ਨਹੀਂ ਹੁੰਦਾ, ਸੱਚ ਮਿੱਠਾ ਹੁੰਦਾ। ਝੂਠਿਆਂ ਨੂੰ ਕੌੜਾ ਲੱਗਦਾ। ਜਿਵੇਂ ਬਿਮਾਰ ਬੰਦੇ ਨੂੰ ਮਿੱਠਾ ਦੁੱਧ ਕੌੜਾ ਲੱਗਦਾ ਨਾ, ਸਰੀਰ ਦੇ ਵਿੱਚ ਬੁਖਾਰ ਦਾ ਪ੍ਰਭਾਵ ਹੋਵੇ, ਦੁੱਧ ਕੌੜਾ ਲੱਗਦਾ ਹੈ। ਮਨ ਦੇ ਉੱਤੇ ਝੂਠ ਦਾ ਪ੍ਰਭਾਵ ਹੋਵੇ, ਗਲਤ ਖਿਆਲਾਂ ਦਾ ਪ੍ਰਭਾਵ ਹੋਵੇ, ਸੱਚ ਕੌੜਾ ਲੱਗਦਾ। ਕੌੜਾ ਹੁੰਦਾ ਨਹੀਂ, ਲੱਗਦਾ ਹੈ। ਜੇ ਸੱਚ ਕੌੜਾ ਲੱਗਦਾ ਹੈ ਤਾਂ ਫਿਰ ਸਮਝ ਲਓ ਜਿਹਨੂੰ ਵੀ ਸੱਚ ਕੌੜਾ ਲੱਗਦਾ ਕਹਿ ਲਓ ਉਹ ਮਰੀਜ਼ ਹੈ, ਰੋਗੀ ਹੈ, ਪੇਸ਼ੈਂਟ ਹੈ। ਉਹਦੇ ਮਨ ਨੂੰ ਗਲਤ ਖਿਆਲਾਂ ਦਾ ਬੁਖਾਰ ਚੜਿਆ ਹੋਇਆ। ਇਸ ਕਰਕੇ ਅੱਜ ਤੋਂ ਬਾਅਦ ਸੱਚ ਦੀ ਨਿੰਦਾ ਨਹੀਂ ਕਿਸੇ ਨੇ ਕਰਨੀ। ਅੱਜ ਤੋਂ ਬਾਅਦ ਕਿਸੇ ਨੇ ਨਹੀਂ ਕਹਿਣਾ ਸੱਚ ਕੌੜਾ ਹੁੰਦਾ। ਪੂਰਾ ਫਿਕਰਾ ਕੀ ਹੈ? ਪੂਰਾ ਸੈਂਟੈਂਸ ਕੀ ਹੈ? ਸੱਚ ਮਿੱਠਾ ਹੁੰਦਾ ਹੈ, ਝੂਠਿਆਂ ਨੂੰ ਕੌੜਾ ਲੱਗਦਾ। ਜਿਵੇਂ ਕਿ ਬਿਮਾਰ ਬੰਦੇ ਨੂੰ ਦੁੱਧ ਕੌੜਾ ਲੱਗਦਾ, ਇਹ ਗੱਲ ਆਪਾਂ ਸਮਝ ਲਈ। ਸੋ ਅਸੀਂ ਤਾਂ ਸੱਚ ਨੂੰ ਹੀ ਕੌੜਾ ਕਹੀ ਜਾਂਦੇ ਹਾਂ। ਫਿਰ ਸੱਚ ਨਾਲ ਸਾਡਾ ਪਿਆਰ ਕਿਵੇਂ ਪਊਗਾ? ਸੱਚ ਜ਼ਹਿਰ ਥੋੜਾ ਕੋਈ, ਸੱਚ ਤਾਂ ਅੰਮ੍ਰਿਤ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਬਾਣੀ ਸੱਚੀ ਹੈ ਤੇ ਬਾਣੀ ਮਿੱਠੀ ਵੀ ਲਿਖੀ ਹੈ। ਇਹਦਾ ਮਤਲਬ ਸੱਚ ਮਿੱਠਾ ਹੁੰਦਾ, ਸਿੱਧ ਹੋ ਗਿਆ। ਜਿਹਨੇ ਗੁਰਬਾਣੀ ਦੇ ਮਿੱਠੇ ਸੱਚ ਨੂੰ ਪੀ ਲਿਆ, ਪੀਣ ਦਾ ਭਾਵ ਅੰਦਰ ਲੈ ਜਾਣਾ। ਜਿਨ ਪੀਤੀ ਤਿਸ ਮੋਖ ਦੁਆਰ, ਉਹਨੂੰ ਸਰੀਰ 'ਚ ਰਹਿੰਦਿਆਂ ਹੀ ਮੁਕਤੀ ਦਾ ਦਰ ਮਿਲ ਗਿਆ। ਉਹ ਜੀਵਨ ਮੁਕਤ ਹੋ ਗਏ। ਜਿਹਨੇ ਬਾਣੀ ਦੇ ਸੱਚ ਨੂੰ ਆਪਣੇ ਅੰਦਰ ਵਸਾ ਲਿਆ, ਸਿੱਧ ਹੋ ਗਿਆ। ਇਸ ਕਰਕੇ ਸੱਚ ਨੂੰ ਕੌੜਾ ਨਾ ਕਿਹਾ ਕਰੋ। ਪਿਆਰ ਕਿਵੇਂ ਪਊਗਾ ਸੱਚ ਨਾਲ? ਕਿਉਂਕਿ ਮਨ ਵਿੱਚ ਤਾਂ ਇਹ ਗਲਤ ਖਿਆਲ ਵਸਿਆ, ਸੱਚ ਕੌੜਾ ਹੁੰਦਾ ਜੀ। ਕਮਾਲ ਦੀ ਗੱਲ ਹੈ। ਕੌੜਾ ਨਹੀਂ ਹੁੰਦਾ ਸੱਚ, ਇਹ ਗਲਤ ਖਿਆਲ, ਐਵੇਂ ਇਹ ਝੂਠੀ ਗੱਲ ਫੈਲ ਗਈ। ਸੋ ਇੰਨੇ ਗੱਲ ਆਪਾਂ ਸਮਝ ਲਿਆ। ਹੁਣ ਸੱਚ ਨਾਲ ਤੱਕ ਸਾਡਾ ਪਿਆਰ ਪੈ ਜਾਵੇ। ਸੱਚ ਮਿੱਠਾ ਹੁੰਦਾ ਹੈ, ਸੱਚ ਇੱਕ ਹੁੰਦਾ ਹੈ, ਸੱਚ ਸਰਬ ਸਾਂਝਾ ਹੁੰਦਾ ਹੈ। ਸੱਚ ਨੂੰ ਵੰਡਿਆ ਨਹੀਂ ਜਾ ਸਕਦਾ ਜਾਤਾਂ, ਗੋਤਾਂ, ਵਰਨਾਂ, ਮਜ਼੍ਹਬਾਂ ਦੇ ਵਿੱਚ। ਤੇ ਸੱਚ ਸਭ ਦੀ ਦਾਰੂ ਹੈ।
ਸੱਚ ਸਭ ਦੇ ਭੈੜੇ ਖਿਆਲਾਂ ਦਾ ਇਲਾਜ ਕਰਦਾ ਹੈ। ਇਹ ਵੀ ਪੰਕਤੀ ਪੜ੍ਹ ਲਓ। ਸੱਚ ਸਭਨਾ ਹੋਏ ਦਾਰੂ, ਸੱਚ ਸਭਨਾ ਹੋਏ ਦਾਰੂ, ਸੱਚ ਸਭਨਾ ਹੋਏ ਦਾਰੂ, ਸੱਚ ਸਭਨਾ ਹੋਏ ਦਾਰੂ। ਪਾਪ ਕੱਢੈ ਧੋਏ, ਸੱਚ ਸਭਨਾ ਹੋਏ ਦਾਰੂ, ਸੱਚ ਸਭਨਾ ਹੋਏ ਦਾਰੂ। ਪਾਪ ਕੱਢੈ ਧੋਏ, ਸੱਚ ਸਭਨਾ ਹੋਏ ਦਾਰੂ, ਸੱਚ ਸਭਨਾ ਹੋਏ ਦਾਰੂ। ਪਾਪ ਕੱਢੈ ਧੋਏ, ਸੱਚ ਸਭਨਾ ਹੋਏ ਦਾਰੂ, ਸੱਚ ਸਭਨਾ ਹੋਏ ਦਾਰੂ। ਪਾਪ ਕੱਢੈ ਧੋਏ, ਸੱਚ ਸਭਨਾ ਹੋਏ ਦਾਰੂ, ਸੱਚ ਸਭਨਾ ਹੋਏ ਦਾਰੂ। ਦੇਖੋ ਸਿੱਧ ਹੋ ਗਿਆ ਕਿ ਸੱਚ ਤਾਂ ਭਾਈ ਸਾਰਿਆਂ ਦੀ ਦਾਰੂ ਹੈ। ਪਾਪ ਭੈੜੇ ਖਿਆਲਾਂ ਨੂੰ ਸੱਚ ਸਾਡੇ ਅੰਦਰੋਂ ਕੱਢ ਦਿੰਦਾ ਧੋ ਕੇ। ਸੋ ਇੰਨੀਆਂ ਗੱਲਾਂ ਤੇ ਸੱਚ ਨਾਲ ਜੁੜਨ ਵਾਸਤੇ ਇੱਕ ਤਾਂ ਲਾਲਚ ਛੱਡਣਾ ਪੈਂਦਾ ਹੈ। ਕਈ ਵਾਰੀ ਸਾਡਾ ਸਵਾਰਥ ਲੋਭ ਸਾਨੂੰ ਸੱਚ ਨਾਲ ਨਹੀਂ ਜੁੜਨ ਦਿੰਦਾ। ਅਸੀਂ ਕਈ ਵਾਰੀ ਝੂਠ ਦਾ ਪੱਖ ਕਰੀ ਜਾਂਦੇ ਹਾਂ। ਕਈ ਤਾਂ ਝੂਠ ਦਾ ਪੱਖ ਨੋਟ ਵੋਟ ਦੇ ਚੱਕਰ ਜੀ ਕਰੀ ਜਾਂਦੇ ਰਹਿੰਦੇ ਆ। ਸਮਝਦੇ ਸਾਰੇ ਹੁੰਦੇ ਮੈਨੂੰ ਬੜੇ ਮਿਲਦੇ ਆ ਤੇ ਬਸ ਨਾ ਫਿਰ ਸ਼ੈਤਾਨਾਂ ਵਾਲਾ ਹਾਸਾ ਜਿਹਾ ਹੱਸ ਕੇ ਤੁਰ ਜਾਂਦੇ ਆ। ਠੀਕ ਹੈ ਉਹ ਭਾਈ ਸਾਹਿਬ ਗੱਲਾਂ ਤਾਂ ਠੀਕ ਆ, ਮਜਬੂਰੀਆਂ ਵੀ ਹੁੰਦੀਆਂ ਜੀ ਕਈ ਵਾਰ ਏਦਾਂ ਕਹਿ ਕੇ, ਕਿਉਂਕਿ ਜਿਹੜਾ ਸੱਚ ਸਮਝ ਰਹੇ ਆ ਸੱਚ ਨੂੰ, ਪਰ ਕਹਿੰਦੇ ਜੀ ਚੱਕਰ ਨੋਟ ਵੋਟ ਦਾ। ਇਹ ਨੋਟ ਵੋਟ ਦੇ ਚੱਕਰ ਦੇ ਵਿੱਚ ਤਾਂ ਫਿਰ ਸੱਚੇ ਰਾਹ ਨਹੀਂ ਤੁਰਿਆ ਜਾਂਦਾ। ਇਹ ਤਾਂ ਫਿਰ ਬੰਧਨ ਕੱਟਣਾ ਪੈਂਦਾ। ਸਪਸ਼ਟ ਗੱਲਾਂ ਇਹ। ਅੱਜ ਤਾਂ ਕਈ ਥਾਵਾਂ ਤੇ ਗੁਰਦੁਆਰਿਆਂ ਦੇ ਵਿੱਚ ਗੁਰਬਾਣੀ ਦੇ ਸੱਚ ਤੇ ਨੋਟ ਵੋਟ ਦਾ ਪ੍ਰੈਸ਼ਰ ਪੈ ਗਿਆ ਤੇ ਕਈ ਚੌਧਰੀਆਂ ਨੇ ਗੁਰਬਾਣੀ ਦੀ ਕਥਾ ਹੀ ਬੰਦ ਕਰਾਈ ਹੋਈ ਹੈ ਕਈ ਥਾਵਾਂ ਤੇ। ਸਾਰੇ ਥਾਵਾਂ ਤੇ ਨਹੀਂ ਕਿਹਾ, ਕਹਿੰਦੇ ਰਹਿਣ ਦਿਓ ਐਵੇਂ ਨਾ ਕਿਤੇ ਵੋਟਾਂ ਘਟਾ ਦਿਓ, ਕਿਤੇ ਗੋਲਖ ਨਾ ਘਟ ਜੇ, ਕਿਤੇ ਲੋਕ ਨਾ ਗੁੱਸੇ ਹੋ ਜਾਣ। ਗੁਰਬਾਣੀ ਦੇ ਸੱਚੇ ਗਿਆਨ ਤੇ ਨੋਟ ਵੋਟ ਦਾ ਪ੍ਰੈਸ਼ਰ ਚੱਲ ਰਿਹਾ ਹੈ, ਯਾਦ ਰੱਖਿਓ। ਇਸ ਕਰਕੇ ਪਾਪੀ ਨਾ ਬਣੀਏ, ਨੋਟ ਵੋਟ ਦੇ ਚੱਕਰ ਵਿੱਚ ਗੁਰਬਾਣੀ ਦੇ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੀਏ। ਜੇ ਗੁਰੂ ਦੇ ਗਿਆਨ ਨੂੰ ਲੁਕਾਵਾਂਗੇ ਕਿਸੇ ਲੋਭ ਸਵਾਰਥ ਦੇ ਚੱਕਰ ਵਿੱਚ, ਤਾਂ ਗੁਰੂ ਜੀ ਨੇ ਬੜਾ ਸਖਤ ਉਲਾਂਭਾ ਦਿੱਤਾ, ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬਰਿਆਰੀ। ਜਿਨ੍ਹਾਂ ਨੇ ਆਪਣੇ ਗੁਰੂ ਨੂੰ ਲੁਕੋ ਲਿਆ ਕਿਸੇ ਨੋਟ ਵੋਟ, ਕਿਸੇ ਸਵਾਰਥ ਲੋਭ ਲਾਲਚ ਦੇ ਚੱਕਰ ਵਿੱਚ, ਕਹਿੰਦੇ ਉਹ ਬੰਦੇ ਹੀ ਮਾੜੇ ਹੁੰਦੇ ਆ। ਜਿਹੜਾ ਪ੍ਰਚਾਰਕ ਲੁਕਾਉਂਦਾ ਬਾਣੀ ਦੇ ਸੱਚ ਨੂੰ, ਉਹ ਵੀ ਮਾੜਾ ਹੈ। ਲੋਕਾਂ ਦੀਆਂ ਜੇਬਾਂ ਤੇ ਨਿਗਾਹ ਰੱਖ ਕੇ ਕਥਾ ਨਹੀਂ ਹੁੰਦੀ ਬਾਣੀ ਦੀ, ਨਾ। ਇਸ ਕਰਕੇ ਕਿਸੇ ਲੋਭ ਸਵਾਰਥ ਦੇ ਚੱਕਰ ਵਿੱਚ ਸੱਚ ਨੂੰ ਲੁਕੋਈਏ ਨਾ, ਫਿਰ ਮਾੜੇ ਹੋ ਜਾਣਗੇ। ਗੁਰੂ ਜੀ ਨੇ ਕਹਿਤਾ ਉਹ ਬੰਦੇ ਬੜੇ ਮਾੜੇ ਹੁੰਦੇ ਆ ਜਿਹੜੇ ਗੁਰ ਦਾ ਅਰਥ ਪਹਿਲਾਂ ਸਮਝੀਏ, ਰੱਬੀ ਗਿਆਨ, ਗੁਰਮਤਿ ਫਲਸਫਾ, ਸੱਚੇ ਗਿਆਨ ਨੂੰ ਲੁਕੋ ਲੈਂਦੇ ਆ। ਜਿਹੜੇ ਗੁਰ ਨੂੰ ਲੁਕੋ ਲੈਂਦੇ ਆ ਨਾ, ਬਾਹਲੇ ਮਾੜੇ ਬੰਦੇ ਹੁੰਦੇ ਆ। ਹਰ ਜੀਓ ਤਿਨਕਾ ਦਰਸ਼ਨ ਨਾ ਕਰੋ ਪਾਪਿਸਟ ਹਤਿਆਰੀ। ਮਾਲਕ ਜੀਓ ਇਹੋ ਜਿਹਾ ਦਾ ਤਾਂ ਮੇਲ ਹੀ ਨਾ ਹੋਵੇ ਕਿ ਇਹੋ ਜਿਹੇ ਤਾਂ ਬੜੇ ਪਾਪੀ ਤੇ ਹਤਿਆਰੇ ਹੁੰਦੇ ਆ ਜਿਹੜੇ ਨੋਟ ਵੋਟ ਦੇ ਚੱਕਰ ਵਿੱਚ ਸੋਨੀ ਲੁਕੋ ਲੈਂਦੇ ਆ, ਰੱਬੀ ਗਿਆਨ ਹੀ ਲੁਕੋ ਲਿਆ। ਸਿੱਧ ਹੋ ਗਿਆ। ਹਰ ਗੱਲ ਆਪਾਂ ਬਾਣੀ ਦਾ ਪ੍ਰਮਾਣ ਦੇ ਕੇ ਕੀਤੀ ਹੈ ਜੀ। ਇੱਕ ਵੀ ਗੱਲ ਸਾਡੀ ਬਾਣੀ ਤੋਂ ਬਾਹਰ ਹੋਵੇ, ਸਾਨੂੰ ਪ੍ਰਸ਼ਾਦਾ ਛਕਣ ਤੋਂ ਬਾਅਦ ਤੁਸੀਂ ਟੋਕ ਸਕਦੇ ਹੋ ਵੀ ਆਹ ਤੁਸੀਂ ਭਾਈ ਜੀ ਗੱਲ ਬਾਣੀ ਤੋਂ ਬਾਹਰ ਕਰਤੀ। ਚਲੋ ਹੁਣ ਇਸ ਗੱਲ ਨੂੰ ਆਪਾਂ ਸਮਝ ਲਿਆ ਵੀ ਭਾਈ ਸੱਚ ਰਾਹ ਤੁਰਨਾ ਤਾਂ ਫਿਰ ਨੋਟ ਵੋਟ ਦਾ ਇਹ ਤਾਂ ਫਾਹਾ ਵੱਢਣਾ ਹੀ ਪੈਂਦਾ ਹੈ। ਇਹ ਨੋਟ ਵੋਟ ਦੇ ਚੱਕਰ ਦੇ ਵਿੱਚ ਸੱਚ ਰਾਹ ਨਹੀਂ ਤੁਰਿਆ ਜਾ ਸਕਦਾ। ਇਹ ਨੋਟ ਵੋਟ ਦੇ ਚੱਕਰ ਨੇ ਸਾਨੂੰ ਬੜਾ ਬਰਬਾਦ ਕੀਤਾ। ਸਾਡੇ ਤੇ ਸੱਚ ਦਾ ਇਸ਼ਕ ਹੀ ਮਰ ਗਿਆ। ਚਲੋ ਤਾਂ ਤੇ ਦੂਸਰਾ ਨੁਕਤਾ ਹੈ, ਸੱਚ ਰਾਹ ਤੁਰਨ ਵਾਸਤੇ ਪ੍ਰਭਤਾ ਦੀ ਭੁੱਖ ਛੱਡਣੀ ਪੈਂਦੀ ਹੈ। ਕਈ ਵਾਰੀ ਖਿਆਲ ਆ ਜਾਂਦਾ ਨਾ ਵੀ ਮੈਨੂੰ ਸਾਰੇ ਚੰਗੇ ਕਹਿਣ, ਫਿਰ ਦੋਗਲੀਆਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਲੋਕਾਂ ਦਾ ਮੂੰਹ ਦੇਖ ਕੇ। ਜੇ ਆਪਾਂ ਤਾਂ ਕਿਹਦੇ ਵਿਚਾਰੇ ਐ, ਸਾਰੀ ਦੁਨੀਆ ਨੇ ਤਾਂ ਗੁਰੂ ਨਾਨਕ ਬਾਬਾ ਜੀ ਨੂੰ ਚੰਗਾ ਨਹੀਂ ਕਿਹਾ। ਆਪਾਂ ਤਾਂ ਕਿਹੜੇ ਬਾਗ ਦੀ ਮੂਲੀ ਐ।
पढ़ लो, लिखे ना, कोई आखै पूतना को कहे बेताला, कोई आखै आदमी नानक दसो। मैं अपने आप नूं भी, मैं भी कहा, तुसीं भी अपने आप नूं कह लियो भी पंथप्रीत सिंघा तू कड़े बाग दी मूलियों, तेरी की औकात है, तेरी औकात की है, तू तो गुरु दे करोम वर्गा नहीं। इत्थे तां गुरु नूं किहड़ा सारी दुनिया ने चंगा कहता। इस करके चक्कर च ना पईए, सच दी गल ते सच दे आशिक जुड़ जांदे ने। सो ये प्रभुता दी जिहड़ी भुख है ना, दोगलियां जिहियां गल्लां करनियां, प्रभुता दी भुख विच ये भी सच मार्ग विच रुकावट है। जिवें राम राज धोखा खा गया ना भी मेरी प्रभुता बनी है औरंगजेब के दरबार च, उन्होंने पूछा मिट्टी मुसलमान की पेड़ है पई घुमियार काते लिखिआ, जे चाहुंदा तां सही अर्थ सुना सकदा सी राम राय दस सकदा सी भी ये किसी की तौहीन नहीं की। ये तो गुरु नानक बाबा जी ने सच्ची गल कही है भी मुरदे जिउंदे नहीं हुंदे। जिहड़े तुसीं कहंदे हो कियामत दा दिन आऊ मुरदे जिउंदे होणगे, ये धर्म दे नां ते गलत गल फैली है। क्योंकि धर्म तां परम सच दी भाल है। जे धर्म दे नां ते झूठियां गल्लां फैलातीआं फिर धर्म की रह गया। ये गुरु जी ने झूठ ते किंतु कीता है। राम राय चाहुंदा तां सही कथा कर सकदा सी इस पंक्ति दी भी सच है, ये मुरदे नहीं जिउंदे होणे। तुसी गलत अर्थ कढ़ लिया है भी क़यामत दा दिन आऊ होर। हाँ, समा पाके कई बार गहरे अर्थ गवाच जाते हैं, लफ्ज रह जाते हैं। वो दस सकदा सी उत्थे राम राय इस पंक्ति दा अर्थ दस सकदा सी भी इदां नहीं। वो जिथे दब दिता जाता मुरदा चीकनी मिट्टी हो जाती है सदियां बाद, वो घुमियार वीर उस मिट्टी नूं पुट के भांडा बना के आ विच भी पा सकदा है। पर उन्हें सोचा भी नाराज हो जाएंगे, मैं सच्ची गल सुनाती, दर्द सुनाता पंक्ति का। उन्हें सोचा चल आप माड़ा जिहा पासे दी लंघ चलो, बाई पास कहंदा गलती हो गई होनी है जी छापे दी, असली पाठ ही मिट्टी बेईमान की है। थिड़क गया ना देखो। ते गुरु जी ने भी की कहा, कहंदा जिधर मूँह है उधर तुर जे, मुड़ के मत्थे लाउणा नहीं। सानू बाणी दा सच प्यारा, सानू पुत्त नहीं प्यारा। सतवें पातशाह जी सिखा गए भी गुरबाणी नाल पुत्तां तो वध प्यार करना है। बोलो सतनाम। जिथे सच आ गया, सच बेलिहाज हुंदा। सच दा एक गुण होर आ गया ना सामने, सच बेलिहाज हुंदा है। गुरु साहब ने पुत्त दा लिहाज नहीं कीता फिर उत्थे ना, कहंदे थिड़क गया तां सच्ची गल कहण तों। ये तो बड़ाई का भुखा है, मुड़ के ना मत्थे लगे। भाव जिहड़ा गुरु की गल कहण तो झिझकदा, गुरु मत्थे नहीं उहनूं लाउंदा। ये साडे प्रचारक वीरां नूं मैं कहना हुंदा भी अपने ते भी आपां गल्लां ला लईए। ये नहीं भी ये कोई कहानी है, गल समझ भी जिहड़ा गुरु की गल नूं लुकाउंदा है किसी प्रभुता के चक्कर च, किसी लोह स्वार्थ जां मौत के भैं च, बस वो गुरु वल्लों गया, वो गया फिर। इस करके इदां आपां गल समझ रहे हैं सच। ते तीजा नुकता यह है कि मौत का भय है जिहड़ा, ये भी कई बार सानू सच तो थड़का दिंदा है। गुरु नानक बाबा जी ने सच का पहला होका शमशान भूमि च बैठ के काते मारिया। ना कोई हिंदू ना मुसलमान। प्रचारक दौरे ते तुरन तो एक दिन पहला ही होका मार दिया गुरु बाबा जी। जो गुरु बाबा जी जाके बह गए ना शमशान भूमि च, लोग इकट्ठे होके आए ते पुछण लगे तुसीं इत्थे काते आके बह गए? इत्थे तां कोई आप दी आप आउंदा नहीं, इत्थे तां चार जाने चुक के लेके आउंदे आ ते तुसीं आप ही आ बैठे इत्थे आके। गुरु नानक बाबा जी नूं पुछदे आ लोग इकट्ठे होए। गुरु नानक बाबा जी कहंदे इत्थों मैं एक महान काम शुरू करना है। शमशान भूमि च बैठे लोग फिर हैरान हो, एक दूजे नाल मूँह जोड़ के जे गल्लां करना, कहंदे कमाल है किहो जिहियां गल्लां करदे आ। इत्थे आके तां काम मुक्क जांदे आ सारे, कहंदा मैं शुरू करना है। बोलो सतनाम। इत्थे तां के मुक्क जांदे ने काम। गुरु नानक बाबा जी कहंदे मैं एक काम शुरू करना है इत्थों। लोग हैरान, कहंदे इत्थों किहड़ा काम शुरू होऊ? गुरु साहब जी कहंदे इत्थों मैं काम शुरू करना किहड़ा? सच दे प्रचार दा, सच्ची गल करन दा। क्योंकि सच्ची गल करनी होवे शमशान भूमि पहला जा आउणा चाहिदा। बोलो सतनाम। साखी है जी। कोई झूठा धमकी दे सकदा है भी तेनू मार देवांगे, तू ओनू कहीं भरावा तू तां लेट हो गया, मैं तां उत्थे जा भी आया, मैं तां उत्थों ही आया जाया। मैं तां सच दी पहली स्टेज कित्थे लगदी है? शमशान भूमि च। पहला मरण कबूल। जीवन की छड़ आस हो सबना की, रेन का कौ आओ हमारे पास। गुरु नानक बाबा जी ने पहली सच दी स्टेज शमशान भूमि च लाई है। सच की गल करनी होवे शमशान भूमि नाल समझौता करना पैंदा है। सच राह तुरना तां शरीर करके तां अपने आप नूं शमशान भूमि च ही समझ। इहदा क्या है?
ਇਹ ਸਾਖੀਆਂ ਦੀ ਸਿੱਖਿਆ ਲੈਣੀ ਹੁੰਦੀ, ਵਿੱਚੋਂ ਸਾਖੀ ਵੀ ਹੋ ਗਈ ਦੇਖੋ। ਸੋ ਏਦਾਂ ਇਹ ਹੈ ਸੱਚ ਦਾ ਮਾਰਗ। ਜੇ ਇਹ ਰਾਹ ਤੁਰਨਾ ਹੈ ਤਾਂ ਮੌਤ ਦਾ ਭੈ ਛੱਡ ਦੇ, ਵਡਿਆਈ ਦੀ ਭੁੱਖ ਛੱਡ ਦੇ, ਲੋਭ ਲਾਲਚ ਨੋਟ ਵੋਟ ਦੇ ਚੱਕਰ ਛੱਡ ਦੇ, ਸੱਚ ਦਾ ਇਸ਼ਕ ਪੈਦਾ ਕਰ ਆਪਣੇ ਅੰਦਰ, ਆਪਣੇ ਅੰਦਰ ਸੱਚ ਦਾ ਇਸ਼ਕ ਪੈਦਾ ਕਰ। ਸੋ ਇੱਥੋਂ ਤੱਕ ਆਪਾਂ ਸੱਚ ਨੂੰ ਸਮਝਿਆ ਵੀ ਸੱਚ 'ਚ ਕਿਹੜੇ ਕਿਹੜੇ ਗੁਣ ਹੈ, ਤਾਂ ਕਿ ਸਾਡੇ ਅੰਦਰ ਸੱਚ ਦਾ ਪਿਆਰ ਪੈਦਾ ਹੋ ਜਾਵੇ। ਸੱਚ ਦਾ ਪਿਆਰ ਹੀ ਧਰਮ ਹੈ, ਆਪਾਂ ਸਮਝ ਲਿਆ। ਆਓ ਜੋ ਸ਼ਬਦ ਪੜ੍ਹਿਆ ਹੈ ਸੰਖੇਪ ਦੇ ਵਿੱਚ ਸ਼ਬਦ ਦੀ ਵਿਚਾਰ ਕਰਾਂਗੇ। ਹੁਣ ਤੱਕ ਆਪਾਂ ਕੁਝ ਮੁੱਢਲੀਆਂ ਗੱਲਾਂ ਕਰ ਲਈਆਂ, ਜਿਹੜੀਆਂ ਕਿ ਤਕਰੀਬਨ ਅਸੀਂ ਬਹੁਤ ਥਾਵਾਂ ਤੇ ਕਰਦੇ ਹਾਂ, ਕਿਉਂਕਿ ਇਹ ਗੱਲਾਂ ਦ੍ਰਿੜ ਹੋਣੀਆਂ ਜ਼ਰੂਰੀ ਹੈ। ਜਿੱਥੇ ਪਹਿਲੀ ਵਾਰ ਸਟੇਜ ਹੁੰਦੀ ਹੈ ਦੀਵਾਨ, ਉੱਥੇ ਅਸੀਂ ਜ਼ਰੂਰ ਦੁਬਾਰਾ ਕਹਿੰਦੇ ਹਾਂ। ਹਾਂਜੀ, ਹੁਣ ਸ਼ਬਦ ਪੜ੍ਹੇ ਆਪਾਂ ਤਿਲੰਗ ਰਾਗ ਦੇ ਵਿੱਚੋਂ, ਜੋ ਸ਼ੁਰੂ ਚ ਗਿਆਨ ਕੀਤਾ ਸੀ। ਤਿਲੰਗ ਮਹਿਲਾ ਪੰਜਵਾਂ, ਘਰ ਤੀਜਾ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇ ਦਾਨ ਰਹਾਓ। ਗੁਰੂ ਜੀ ਫਰਮਾਨ ਕਰਦੇ ਹਨ ਕਿ ਜੋ ਮਾਲਕ ਹੈ ਮਿਹਰਬਾਨ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਇੱਕੋ ਹੀ ਹੈ ਸਾਰਿਆਂ ਦਾ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਦਾ ਅਰਥ ਮਾਲਕ ਪ੍ਰਮਾਤਮਾ। ਜੋ ਮਾਲਕ ਪ੍ਰਮਾਤਮਾ ਹੈ, ਸਾਰਿਆਂ ਤੇ ਮਿਹਰ ਕਰਨ ਵਾਲਾ ਕੋ ਹੈ ਹੀ ਮਿਹਰਬਾਨ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਫਿਰ ਦੁਹਰਾ ਕੇ ਕਹਿ ਦਿੱਤਾ ਮੇਰਾ ਮਾਲਕ ਮਿਹਰਬਾਨ ਹੈ। ਜੀ ਸਗਲ ਕੋ ਦੇ ਦਾਨ, ਉਹ ਸਾਰੇ ਜੀਵਾਂ ਤੇ ਬਖਸ਼ਿਸ਼ ਕਰਨ ਵਾਲਾ ਹੈ। ਦਾਨ ਦਾ ਅਰਥ ਇੱਥੇ ਬਖਸ਼ਿਸ਼। ਅਰਥ ਹੋ ਗਏ, ਥੋੜੀ ਕੁ ਅਰਥ ਵਿਆਖਿਆ ਵੀ ਕਰ ਲਓ, ਕਿਉਂਕਿ ਅਰਥਾਂ ਨੂੰ ਸਮਝਣ ਵਾਸਤੇ ਵੀ ਵਿਆਖਿਆ ਕਰਨੀ ਪੈਂਦੀ ਹੈ। ਹੁਣ ਪ੍ਰਮਾਤਮਾ ਸਾਰਿਆਂ ਤੇ ਮਿਹਰ ਕਰਨ ਵਾਲਾ ਹੈ। ਉਹਦੀ ਮਿਹਰ ਨੂੰ ਕੋਈ ਸੰਭਾਲਦਾ, ਕੋਈ ਨਹੀਂ ਸੰਭਾਲਦਾ। ਫਰਕ ਇੱਥੇ ਆ ਕੇ ਪੈ ਜਾਂਦਾ ਹੈ, ਇੱਥੇ ਆ ਕੇ ਫਰਕ ਪੈ ਜਾਂਦਾ ਹੈ। ਇਸ ਗੱਲ ਨੂੰ ਸਮਝਣ ਵਾਸਤੇ ਗੁਰਬਾਣੀ ਚੋਂ ਪ੍ਰਮਾਣ ਦੇਣ ਲੱਗੇ। ਊਂਦੈ ਭਾਂਡੈ ਕਛ ਨਾ ਸਮਾਵੈ, ਸੀਧੈ ਅੰਮ੍ਰਿਤ ਪਵੈ ਨਿਹਾਰ। ਕਿਉਂਕਿ ਉਦਾਹਰਨਾਂ ਦੇ ਰਾਹੀਂ ਇਹ ਗਹਿਰੀਆਂ ਗੱਲਾਂ ਸਮਝ ਆਉਂਦੀਆਂ। ਹੁਣ ਉਦਾਹਰਨ ਦਿੱਤੀ ਹੈ ਬਾਣੀ ਜੀ ਮੂਧੇ ਭਾਂਡੇ ਦੀ। ਹੁਣ ਇਹਨੂੰ ਆਪਾਂ ਇਸ ਦ੍ਰਿਸ਼ਟਾਂਤ ਨੂੰ ਸਮਝ ਲਓ ਅੱਗੇ ਆਪਾਂ ਵੀ। ਮੰਨ ਲਓ ਹੁਣ ਆਪਣੇ ਘਰ ਦੇ ਵਿਹੜੇ ਦੇ ਵਿੱਚ ਕੋਈ ਮੂਧਾ ਭਾਂਡਾ ਪਿਆ, ਮੀਂਹ ਪੈ ਰਿਹਾ ਹੈ, ਬਾਰਿਸ਼ ਹੋ ਰਹੀ ਹੈ, ਬੱਦਲ ਮੂਧੇ ਭਾਂਡੇ ਤੇ ਵੀ ਕਿਰਪਾ ਕਰ ਰਿਹਾ ਹੈ, ਬਾਰਿਸ਼ ਮੂਧੇ ਭਾਂਡੇ ਤੇ ਵੀ ਹੋ ਰਹੀ ਹੈ। ਧਿਆਨ ਚ ਆ ਗਿਆ ਦ੍ਰਿਸ਼ਟਾਂਤ ਤੁਹਾਡੇ, ਪਰ ਉਹ ਸੰਭਾਲ ਨਹੀਂ ਪਾ ਰਿਹਾ ਬਾਰਿਸ਼ ਦੇ ਪਾਣੀ ਨੂੰ, ਕਿਉਂ ਮੂਧਾ। ਹੁਣ ਜੇ ਭਾਂਡਾ ਕਹੇ, ਦ੍ਰਿਸ਼ਟਾਂਤ ਹੈ ਫਿਰ ਨਾ ਭੁੱਲ ਜਿਓ। ਜੇ ਭਾਂਡਾ ਕਹੇ, ਹੁਣ ਭਾਂਡਾ ਬੋਲਦਾ ਨਹੀਂ, ਇਹ ਤਾਂ ਸਮਝਾਉਣ ਵਾਸਤੇ ਦ੍ਰਿਸ਼ਟਾਂਤ ਹੈ, ਵਾਰ-ਵਾਰ ਕਹਿ ਦੇਵਾਂ। ਭਾਂਡਾ ਕਹੇ ਬੱਦਲ ਸਾਹਿਬ ਜੀ ਮੇਰੇ ਤੇ ਵੀ ਕਿਰਪਾ ਕਰੋ, ਬੱਦਲ ਸਾਹਿਬ ਜੀ ਮੇਰੇ ਤੇ ਵੀ ਕਿਰਪਾ ਕਰੋ। ਬੱਦਲ ਕਹੂਗਾ ਮੈਂ ਤਾਂ ਕਿਰਪਾ ਕਰੀ ਜਾਂਦਾ, ਤੂੰ ਵੀ ਆਪਣੇ ਆਪ ਤੇ ਕਿਰਪਾ ਕਰ ਲਾ, ਸਿੱਧਾ ਹੋ ਜਾ। ਬੋਲੋ ਸਤਨਾਮ। ਸੌਖੀ ਗੱਲ ਸਮਝ ਆ ਗਈ। ਆਪਣੇ ਆਪ ਤੇ ਕਿਰਪਾ, ਸਿੱਧੇ ਹੋਣਾ। ਪ੍ਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਜਿਹੜੇ ਆਪਣੀ ਸਹਾਇਤਾ ਆਪ ਕਰਦੇ ਆ। ਗੋਡ ਹੈਲਪ ਇਜ਼ ਦੋਜ਼ ਹੂ ਹੈਲਪ ਦੈਮਸੈਲਫ। ਬੜੀਆਂ ਗਹਿਰੀਆਂ ਗੱਲਾਂ ਹੁੰਦੀਆਂ। ਹੁਣ ਆਪਣੇ ਆਪ ਤੇ ਕਿਰਪਾ ਕਰ ਲਾ, ਤਾਂ ਤੇ ਆਪਣੇ ਆਪ ਤੇ ਵੀ ਕਿਰਪਾ ਕਰਨੀ ਹੈ। ਜੇ ਆਪਣੇ ਆਪ ਤੇ ਕਿਰਪਾ ਨਹੀਂ ਕਰਦੇ, ਪ੍ਰਮਾਤਮਾ ਦੀ ਕਿਰਪਾ ਤੋਂ ਖਾਲੀ ਰਹਿ ਜਾਂਦੇ ਹਾਂ। ਗੁਰਬਾਣੀ ਦੇ ਵਾਲੇ ਪਾਸੇ ਲਾ ਲਓ ਆਪਾਂ ਗੱਲ। ਰੱਬੀ ਬਾਣੀ ਸਭ ਤੇ ਕਿਰਪਾ ਕਰ ਰਹੀ ਹੈ, ਸਭ ਨੂੰ ਸੱਚਾ ਗਿਆਨ ਦੇ ਰਹੀ ਹੈ। ਹੁਣ ਆਪਣੇ ਆਪ ਤੇ ਕਿਰਪਾ ਕਰਨੀ ਹੈ ਕਿ ਗੁਰਬਾਣੀ ਦਾ ਵਚਨ ਸੁਣ ਕੇ ਮੰਨਣਾ ਹੈ। ਆਪਣੇ ਆਪ ਤੇ ਕਿਰਪਾ ਕੀ ਹੁੰਦੀ ਹੈ? ਵਚਨ ਮੰਨਣਾ। ਸੁਣਤ ਕਮਾਵਤ ਹੋਤ ਉਧਾਰ। ਰੱਬੀ ਬਾਣੀ ਦਾ ਗਿਆਨ ਸੁਣ ਕੇ ਗੁਰੂ ਦੇ ਗਿਆਨ ਨੂੰ ਮੰਨ ਲਓ, ਕਮਾ ਲਓ ਸੱਚੇ ਵਚਨਾਂ ਨੂੰ, ਤਾਰਾ ਤਾਰਾ ਹੋ ਗਿਆ। ਸੁਣਤ ਕਮਾਵਤ ਹੋਤ ਉਧਾਰ। ਭਾਵ ਕਿ ਵਚਨ ਮੰਨਣਾ ਆਪਣੇ ਆਪ ਤੇ ਕਿਰਪਾ ਹੈ। ਜਿਹੜਾ ਵਚਨ ਨਹੀਂ ਮੰਨਦਾ ਉਹਦਾ ਇਲਾਜ ਹੀ ਕੋਈ ਨਹੀਂ। ਆਪਣੇ ਕੋਲ ਤਾਂ ਕੀ ਇਲਾਜ ਹੋਣਾ? ਜਿਹੜਾ ਵਚਨ ਨਹੀਂ ਮੰਨਦਾ ਉਹਦਾ ਇਲਾਜ ਤਾਂ ਗੁਰੂ ਕੋਲ ਵੀ ਨਹੀਂ। ਬੋਲੋ ਸਤਨਾਮ।
ਉਹਦਾ ਇਲਾਜ ਗੁਰੂ ਕੋਲ ਵੀ ਹੈ ਨਹੀਂ, ਪੜ੍ਹ ਲਓ ਭਾਵੇਂ ਤੁਸੀਂ, ਫਿਰ ਗਿਆਨ ਕਰੀਏ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਸਾਚਾ ਸਤਿਗੁਰ ਕਿਆ ਕਰੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਸਾਚਾ ਸਤਿਗੁਰ ਕਿਆ ਕਰੈ। ਜੋ ਸਿੱਖਾਂ ਮੈਂ ਚੂਕ, ਸਾਚਾ ਸਤਿਗੁਰ ਕਿਆ ਕਰੈ, ਸਾਚਾ ਸਤਿਗੁਰ ਕਿਆ ਕਰੈ। ਜੋ ਸਿੱਖਾਂ ਮੈਂ ਚੂਕ, ਸਾਚਾ ਸਤਿਗੁਰ ਕਿਆ ਕਰੈ, ਸਾਚਾ ਸਤਿਗੁਰ ਕਿਆ ਕਰੈ। ਅੰਧੇ ਏਕ ਨ ਲੱਗਈ, ਅੰਧੇ ਏਕ ਨ ਲੱਗਈ, ਅੰਧੇ ਏਕ ਨ ਲੱਗਈ, ਅੰਧੇ ਏਕ ਨ ਲੱਗਈ। ਜਿਉ ਬਾਂਸ ਵਜਾਈਐ ਫੂਕ, ਅੰਧੇ ਏਕ ਨ ਲੱਗਈ, ਅੰਧੇ ਏਕ ਨ ਲੱਗਈ। ਜਿਉ ਬਾਂਸ ਵਜਾਈਐ ਫੂਕ, ਅੰਧੇ ਏਕ ਨ ਲੱਗਈ, ਅੰਧੇ ਏਕ ਨ ਲੱਗਈ। ਦੇਖੋ ਕਬੀਰ ਸਾਹਿਬ ਜੀ ਮਹਾਰਾਜ ਨੇ ਫੈਸਲਾ ਦਿੱਤਾ ਕਿ ਸੱਚਾ ਸਤਿਗੁਰ ਵੀ ਕੀ ਕਰ ਸਕਦਾ ਹੈ ਜੇ ਸਿੱਖ ਵਿੱਚ ਘਾਟ ਹੈ। ਚੂਕ ਦਾ ਭਾਵ ਘਾਟ, ਕਮਜ਼ੋਰੀ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨ ਲੱਗਈ, ਜਿਉ ਬਾਂਸ ਵਜਾਈਐ ਫੂਕ। ਜੇ ਸਿੱਖ ਨੂੰ ਗੁਰੂ ਦਾ ਵਚਨ ਹੀ ਨਹੀਂ ਲੱਗਦਾ, ਰੱਬੀ ਬਾਣੀ ਦਾ, ਏਦਾਂ ਗੁਰੂ ਦੇ ਵਚਨ ਨੂੰ ਟਪਾ ਦਿੰਦਾ, ਜਿਵੇਂ ਬਾਂਸ ਵਿੱਚ ਫੂਕ ਮਾਰੀਏ ਤੇ ਹਵਾ ਪਾਰ ਲੰਘ ਜਾਂਦੀ ਹੈ। ਕਈ ਗੁਰੂ ਦੇ ਵਚਨ ਨੂੰ ਏਦਾਂ ਨਾ, ਜਿਵੇਂ ਹਵਾ ਦਾ ਬੁੱਲਾ ਲੰਘ ਗਿਆ ਕੋਲ ਦੀ, ਇੱਕ ਕੰਨ ਦੂਜੇ ਕੰਨ ਕੱਢਤਾ ਵਚਨ, ਕੋਈ ਹੱਲ ਨਹੀਂ। ਬਾਣੀ ਪ੍ਰਮਾਣ ਇਤਿਹਾਸ ਕਰਮ 'ਚ ਪਿਰਥੀ ਚੰਦ ਤੀਜੇ ਪਾਤਸ਼ਾਹ ਜੀ ਦਾ ਦੋਹਤਾ ਹੈ, ਚੌਥੇ ਪਾਤਸ਼ਾਹ ਦਾ ਪੁੱਤ ਹੈ, ਪੰਜਵੇਂ ਪਾਤਸ਼ਾਹ ਜੀ ਦਾ ਭਾਈ ਹੈ, ਛੇਵੇਂ ਪਾਤਸ਼ਾਹ ਦਾ ਤਾਇਆ ਹੈ, ਚਾਰ ਪਾਤਸ਼ਾਹੀਆਂ ਦਾ ਨੇੜੇ ਦਾ ਰਿਸ਼ਤੇਦਾਰ ਚੰਦਰਾ ਪਿਰਥਗੀ ਰਹਿ ਗਿਆ। ਬੋਲੋ ਸਤਨਾਮ। ਕੀ ਕਰੇ ਗੁਰੂ, ਕੀ ਕਰੇ, ਵਚਨ ਹੀ ਨਹੀਂ ਮੰਨਿਆ। ਜਿਹਨੇ ਵਚਨ ਮੰਨਿਆ ਦੁਨੀਆ ਤਰ ਗਈ, ਤੀਜੇ ਪਾਤਸ਼ਾਹ ਨੇ ਦੁਨੀਆ ਤਾਰਤੀ, ਚੌਥੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਨੇ ਤਾਰਤੀ ਨਾ, ਪਰ ਉਹ ਰਹਿ ਗਿਆ, ਉਹ ਰਹਿ ਗਿਆ। ਜਿਹੜਾ ਵਚਨ ਨਹੀਂ ਮੰਨਦਾ, ਇਲਾਜ ਕੀ ਹੈ ਉਹਦਾ? ਇਹ ਤਸੱਲੀ ਹੋ ਜੇ ਨਾ ਤਾਂ ਵੱਧ ਪ੍ਰਮਾਣ ਦਿੱਤੇ ਆ। ਪਹਿਲਾਂ ਗੁਰਬਾਣੀ ਪ੍ਰਮਾਣ, ਫਿਰ ਇਤਿਹਾਸਕ ਪ੍ਰਮਾਣ ਦਿੱਤਾ ਤੁਹਾਨੂੰ, ਫਿਰ ਆਪਣੇ ਜੀਵਨ ਦਾ ਪ੍ਰਮਾਣ ਲੈ ਲਓ। ਮੰਨ ਲਓ ਕੋਈ ਰੋਗੀ ਹੈ, ਡਾਕਟਰ ਕੋਲੇ ਚਲਿਆ ਗਿਆ, ਡਾਕਟਰ ਨੇ ਕਿਰਪਾ ਕਰਤੀ। ਕਿਵੇਂ ਕੀਤੀ ਬੁੱਝੋ? ਚੈੱਕਅਪ ਕਰਕੇ ਬਿਮਾਰੀ ਦੱਸਤੀ, ਪਰਹੇਜ਼ ਦੱਸਤਾ, ਦਵਾਈ ਦੱਸਤੀ, ਪ੍ਰਿਸਕ੍ਰਿਪਸ਼ਨ ਬਣਾ ਕੇ ਦੇਤੀ, ਕਹ ਲਓ ਪਰਚੀ ਬਣਾ ਕੇ ਦੇਤੀ, ਕਹ ਲਓ ਪੰਜਾਬੀ ਚ ਦੇਤੀ ਨਾ। ਹੁਣ ਮਰੀਜ਼ ਨੇ ਆਪਣੇ ਆਪ ਤੇ ਕਿਰਪਾ ਕਰਨੀ ਹੈ, ਕਰਨੀ ਹੈ ਨਾ। ਕਿਵੇਂ? ਪਰਹੇਜ਼ ਰੱਖ ਕੇ ਦਵਾਈ ਖਾਣੀ ਹੈ। ਤੇ ਜੇ ਮਰੀਜ਼ ਆਪਣੇ ਆਪ ਤੇ ਕਿਰਪਾ ਨਹੀਂ ਕਰਦਾ, ਡਾਕਟਰ ਇਹੋ ਜਿਹੇ ਦਾ ਕੀ ਕਰੇ? ਬੋਲੋ ਸਤਨਾਮ। ਉਹ ਤਾਂ ਨਲਾਇਕ ਡਾਕਟਰ ਨੂੰ ਵੀ ਬਦਨਾਮ ਕਰਦਾ। ਲੋਕ ਕਹਿਣਗੇ ਯਾਰ ਫਲਾਣੇ ਡਾਕਟਰ ਕੋਲ ਗਿਆ ਸੀ ਤਾਂ ਠੀਕ ਨਹੀਂ ਹੋ, ਡਾਕਟਰ ਨਹੀਂ ਨਕਾਮ, ਡਾਕਟਰ ਨਹੀਂ ਨਕੰਮਾ, ਮਰੀਜ਼ ਨਕੰਮਾ। ਭਾਵ ਜਿਹੜਾ ਬਚਨ ਨਹੀਂ ਮੰਨਦਾ, ਨਲਾਇਕ ਸਿੱਖ ਤਾਂ ਗੁਰੂ ਨੂੰ ਵੀ ਬਦਨਾਮ ਕਰਦਾ ਹੈ। ਬੋਲੋ ਸਤਨਾਮ। ਜਿਹੜਾ ਕਿਰਪਾਨ ਪਾ ਕੇ ਠੇਕੇ ਤੇ ਜਾਂਦਾ, ਬਦਨਾਮ ਹੀ ਕਰਦਾ ਗੁਰੂ ਨੂੰ। ਜਾਂ ਕੋਈ ਭੈੜਾ ਕੰਮ ਕਰਦਾ ਜਿਹੜਾ। ਇਸ ਕਰਕੇ ਏਦਾਂ ਗੱਲ ਸਮਝ ਗਏ ਹੁਣ ਇੰਨੇ ਪ੍ਰਮਾਣਾਂ ਰਾਹੀਂ, ਕਿਉਂਕਿ ਗੱਲ ਸਮਝ ਚ ਆ ਗਈ ਨਾ। ਸੋ ਪਰਹੇਜ਼ ਤਾਂ ਮਰੀਜ਼ ਨਹੀਂ ਰੱਖਣਾ ਹੈ, ਦਵਾਈ ਤਾਂ ਰੋਗੀ ਨਹੀਂ ਖਾਣੀ ਹੈ। ਜੇ ਹੁਣ ਸ਼ੂਗਰ ਹੈ, ਡਾਕਟਰ ਕਹਿੰਦਾ ਵੀ ਤੂੰ ਮਿੱਠਾ ਬੰਦ ਕਰ ਦੇ, ਸ਼ੂਗਰ ਜ਼ਿਆਦਾ ਆਇਆ, ਦਵਾਈ ਖਾਈ, ਤੇ ਤੂੰ ਗੁਲਾਬ ਜਾਮਣਾ ਜਲੇਬੀਆਂ ਖਾਣੋਂ ਨਹੀਂ ਹਟਦਾ, ਫਿਰ ਤੇਰਾ ਹੁਣ ਬਣੂ ਕੀ? ਇਲਾਜ ਤੇਰਾ ਦੱਸ ਕੀ ਹੈ? ਤੇ ਕਹਿੰਦਾ ਡਾਕਟਰ ਸਾਹਿਬ ਜੀ ਕਿਰਪਾ ਕਰੋ। ਕਹਿੰਦਾ ਮੈਂ ਤਾਂ ਕਰਤੀ, ਮੈਂ ਤਾਂ ਕਿਰਪਾ ਕਰਤੀ, ਤੈਨੂੰ ਪਰਚੀ ਬਣਾ ਕੇ ਦੇਤੀ, ਤੈਨੂੰ ਰੋਗ ਦੱਸਤਾ, ਪਰਹੇਜ਼ ਦੱਸਤਾ, ਹੁਣ ਆਪਦੀ ਕਿਰਪਾ ਆਪਣੀ ਆਪ ਕਰ ਲਾ ਆਪਦੇ ਤੇ। ਭਾਵ ਕੀ ਹੋ ਗਿਆ ਕਿ ਬਚਨ ਮੰਨਣਾ ਭਾਈ ਆਪਣੇ ਆਪ ਤੇ ਕਿਰਪਾ ਹੁੰਦੀ ਹੈ। ਤੇ ਜੇ ਅਸੀਂ ਰੱਬੀ ਬਾਣੀ ਦਾ ਵਚਨ ਹੀ ਨਹੀਂ ਮੰਨਦੇ, ਅਸੀਂ ਮੂਧੇ ਭਾਂਡੇ ਆਂ। ਪਰਮਾਤਮਾ ਤਾਂ ਮਿਹਰਬਾਨ ਹੈ, ਤਾਂ ਮਿਹਰ ਮੂਧੇ ਭਾਂਡਿਆਂ ਤੇ ਵੀ ਮਿਹਰ ਕਰੀ ਜਾਂਦਾ ਹੈ, ਪਰ ਮੂਧੇ ਭਾਂਡੇ ਮਿਹਰ ਨੂੰ ਸੰਭਾਲ ਨਹੀਂ ਪਾ ਰਹੇ। ਬਸ ਗੱਲ ਇੰਨੀ ਹੈ, ਇੰਨੀ ਗੱਲ ਹੀ ਹੈ। ਬਸ ਮਿਹਰ ਨੂੰ ਸੰਭਾਲ ਨਹੀਂ, ਜਿਵੇਂ ਬੱਦਲ ਮੀਂਹ ਪਾ ਦਿੰਦਾ, ਗਿੱਲ ਤਾਂ ਜ਼ਿਮੀਂਦਾਰ ਨੇ ਸੰਭਾਲਣੀ ਹੁੰਦੀ ਹੈ। ਚਲੋ ਏਦਾਂ ਮਿਹਰ ਹੈ ਭਾਈ, ਮਾਲਕ ਤਾਂ ਹੈ ਹੀ ਮਿਹਰਬਾਨ। ਸਿੱਧੇ ਹੋ ਜਾਈਏ ਭਾਂਡੇ, ਆਪਾਂ ਬਚਨ ਮੰਨ ਲਈਏ, ਬੁਰਾਈਆਂ ਛੱਡ ਦਈਏ। ਕਿ ਤੁਹਾਨੂੰ ਪਤਾ ਹੀ ਹੈ ਨਾ ਸਾਰਾ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਇਸ ਕਰਕੇ ਵਚਨ ਮੰਨੀਏ, ਸਿੱਧੇ ਭਾਂਡੇ ਹੋ ਜਾਈਏ।
ਉਹ ਤਾਂ ਹੈ ਮਿਹਰ, ਫੇਰ ਨਾ ਭੁੱਲ ਜਿਓ ਉਹ ਮੂਧੇ ਭਾਂਡਿਆਂ ਦੇ ਵੀ ਮਿਹਰ ਕਰਦਾ ਹੈ। ਚਲੋ ਰਹੋ ਵਿਚਾਰ। ਏਦਾਂ ਆਪਾਂ ਸਮਝ ਗਏ ਕਿ ਮਿਹਰ, ਮਾਲਕ ਦੀ ਮਿਹਰ ਆਪਣੀ ਤੇ ਆਪਣੀ ਵੀ ਕਰ ਲਓ। ਆ ਦੇਹੀ ਦੇਤੀ ਮਾਲਕ ਨੇ ਕਿੱਡੀ ਕਿਰਪਾ ਕਰ ਦਿੱਤੀ। ਦੇ ਤੇਜਨ ਜੀ ਰਾਮ ਉਪਾਇਆ, ਰਾਮ ਧਨ ਮਾਨਸ ਜਨਮ ਪੁੰਨ ਪਾਇਆ, ਰਾਮ ਮਾਨਸ ਜਨਮ ਬੜ ਪੁੰਨੇ ਪਾਇਆ। ਦੇ ਸੋ ਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੈ, ਹਰ 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 ਨਭ। ਆ ਕਿਰਪਾ ਕਰ ਲਾ, ਪ੍ਰਮਾਤਮਾ ਨੇ ਤੈਨੂੰ ਘੋੜੀ ਦੇਤੀ, ਦੇ ਰੂਪੀ ਘੋੜੀ, ਕਿ ਪ੍ਰਮਾਤਮਾ ਤੱਕ ਯਾਤਰਾ ਹੋ ਸਕਦੀ ਹੈ। ਪਸ਼ੂ ਦੇਹ ਤੇ ਸਵਾਰ ਹੋ ਕੇ ਜੀਵਾਤਮਾ ਪ੍ਰਮਾਤਮਾ ਤੱਕ ਯਾਤਰਾ ਨਹੀਂ ਕਰ ਸਕਦੀ। ਪੰਛੀ ਦੀ ਦੇਹ ਤੇ ਸਵਾਰ ਹੋ ਕੇ ਪ੍ਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕਦਾ। ਇੱਕ ਮਨੁੱਖਾ ਦੇਹ ਐਸੀ ਘੋੜੀ ਹੈ ਕਿ ਤੇ ਸੇਵਾ ਸਿਮਰਨ ਦਾ ਸਹੀ ਕੰਮ ਲਈਏ ਤਾਂ ਪ੍ਰਮਾਤਮਾ ਤੱਕ ਪਹੁੰਚ ਹੋ ਸਕਦੀ ਹੈ। ਘੋੜੀ ਤੈਨੂੰ ਦੇਤੀ, ਵਰਤਣੀ ਤੂੰ ਹੈ। ਬੋਲੋ ਸਤਨਾਮ। ਵਰਤ ਲਾ ਫਿਰ। ਸੌਖੀਆਂ ਦਾ ਅਸੀਂ ਗੱਲ ਸਮਝ ਆ ਗਈ ਨਾ। ਇਹ ਵੰਡ ਪੁੰਨੇ ਦਾ ਅਰਥ ਵੱਡੀ ਬਖਸ਼ਿਸ਼ ਨਾ ਮਿਲਿਆ। ਮਾਨਸ ਜਨਮ ਵੰਡ ਪੁੰਨੇ ਪਾਇਆ, ਇਹ ਪ੍ਰਮਾਤਮਾ ਦੀ ਵੱਡੀ ਬਖਸ਼ਿਸ਼ ਨਾ ਪਾਇਆ। ਤੇ ਸਾਂਭਲਾ ਫਿਰ ਬਖਸ਼ਿਸ਼ ਨੂੰ, ਸੰਭਾਲ ਲੈ ਬਖਸ਼ਣ ਨੂੰ, ਸਾਂਭਲਾ। ਇਸ ਕਰਕੇ ਇੰਨੇ ਪ੍ਰਮਾਣ ਤਾਂ ਬਹੁਤ ਹੋ ਗਏ ਬਾਣੀ ਚੋਂ। ਹੁਣ ਅਰਥ ਵਿਆਖਿਆ ਹੋ ਗਈ ਨਾ। ਹੁਣ ਗੁਰ ਕੀ ਬਾਣੀ ਗੁਰ ਤੇ ਜਾਤੀ, ਗੁਰਬਾਣੀ ਦੀ ਵਿਆਖਿਆ ਗੁਰਬਾਣੀ ਵਿੱਚੋਂ ਕੀਤੀ ਜਾਂਦੀ ਹੈ। ਇਸ ਕਰਕੇ ਹੁਣ ਲੱਗ ਗਿਆ ਪਤਾ ਆਪਾਂ ਨੂੰ ਵੀ ਉਹ ਤਾਂ ਮਿਹਰਬਾਨ ਹੈ ਭਾਈ। ਆਪਾਂ ਹੀ ਮੂਧੇ ਭਾਂਡੇ ਆ, ਆਪਾਂ ਵਚਨ ਨਹੀਂ ਮੰਨਦੇ, ਬੁਰਾਈਆਂ ਨਹੀਂ ਛੱਡਦੇ। ਸੋਝੀ ਆਪਾਂ ਨੂੰ ਦਿੱਤੀ ਹੈ ਮਾਲਕ ਨੇ, ਸੋਝੀ ਵਰਤਦੇ ਨਹੀਂ। ਹੱਥ 'ਚ ਦੀਵਾ ਹੋਵੇ, ਕੋਈ ਖੂਹ ਖਾਤੇ ਡਿੱਗੇ, ਹਾਥ ਦੀ ਬਕੂਏ ਪਰ ਹੈ, ਫਿਰ ਕੀ ਸਿਆਣਪ ਹੈ, ਕਾਹੇ ਕੀ ਕੁਸਲਾਤ ਆ ਹਾਥ ਦੀ ਬਕੂਏ। ਇਸ ਕਰਕੇ ਏਦਾਂ ਉਸ ਮਾਲਕ ਦੀ ਮਿਹਰ ਨੂੰ ਸੰਭਾਲ ਲਈਏ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ। ਇੰਨੇ ਪ੍ਰਮਾਣ ਯਾਦ ਰੱਖ ਲਓ। ਆਪਣੇ ਆਪ ਤੇ ਕਿਰਪਾ ਕਰੀਏ, ਗੁਰੂ ਦੇ ਸ਼ਬਦ ਨੂੰ, ਗੁਰਬਾਣੀ ਗਿਆਨ, ਰੱਬੀ ਗਿਆਨ ਨੂੰ ਮੰਨੀਏ, ਰੱਬੀ ਗਿਆਨ ਦੇ ਵਚਨਾਂ ਨੂੰ ਕਮਾ ਲਈਏ। ਆਪਣੀ ਤੇ ਆਪਣੀ ਕਿਰਪਾ ਆਪ ਕਰ ਲਓ ਆਪਣੀ ਤੇ। ਇਸ ਕਰਕੇ ਏਦਾਂ ਇੱਥੋਂ ਤੱਕ ਆਪਾਂ ਗੱਲ ਸਮਝ ਲਈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਤੇ ਜੇ ਬੁਰਾਈਆਂ ਕਰਦੇ ਹਾਂ ਤਾਂ ਮਿਹਰ ਨਹੀਂ ਕਰਦੇ ਆਪਣੇ ਆਪ ਦੇ। ਨਸ਼ਾ ਕਰਨ ਵਾਲਾ ਆਪਣੇ ਆਪ ਨੂੰ ਜ਼ਹਿਰ ਦੇਈ ਜਾਂਦਾ। ਫਿਰ ਦੱਸ ਤੇਰਾ ਇਲਾਜ ਕੀ ਹੈ? ਨਸ਼ਾ ਵਰਤਣ ਦਾ ਕੀ ਅਰਥ ਹੈ? ਆਪਣੇ ਹੱਥੀਂ ਆਪਣੇ ਆਪ ਨੂੰ ਜ਼ਹਿਰ ਦੇਣੀ। ਕਿਉਂਕਿ ਹਰ ਇੱਕ ਨਸ਼ਾ ਇੱਕ ਐਸੀ ਜ਼ਹਿਰ ਹੈ ਜਿਹੜੀ ਸਾਡੇ ਸਰੀਰ ਨੂੰ ਹੌਲੀ ਹੌਲੀ ਖਤਮ ਕਰਦੀ ਹੈ। ਸਲੋ ਪੁਆਇਜ਼ਨ। ਤੂੰ ਆਪਣੇ ਹੱਥੀਂ ਆਪਣੇ ਆਪ ਨੂੰ ਜ਼ਹਿਰ ਦੇਈ ਜਾਣਾ ਚੰਦ ਰਿਹਾ। ਫਿਰ ਇਲਾਜ ਕੀ ਹੈ ਤੇਰਾ? ਕਰ ਲਾ ਮਿਹਰ ਆਪਣੇ ਆਪ ਤੇ। ਆਪਣੇ ਹੱਥੀਂ ਆਪਣੇ ਆਪ ਨੂੰ ਜ਼ਹਿਰ ਨਾ ਦੇ। ਉਹ ਆਪਣੇ ਹੱਥੀਂ ਆਪਣੇ ਆਪ ਨੂੰ ਟੀਕੇ ਨਾ ਲਾ। ਉਹ ਆਪਣੇ ਹੱਥੀਂ ਆਪ ਹੀ ਸਮੈਕ ਚਿੱਟਾ ਵਰਤ ਕੇ ਨਪੁੰਸਕ ਹੋ ਗਿਆ। ਤੇਰੀ ਅਗਲੀ ਪੀੜ੍ਹੀ ਦਾ ਕਤਲ ਤਾਂ ਪਹਿਲਾਂ ਹੀ ਹੋ ਗਿਆ। ਇਹ ਗੱਲਾਂ ਕਰਨੀਆਂ ਪੈਂਦੀਆਂ ਦੁੱਖ ਨਾਲ ਅੱਜ ਦੇ ਸਮੇਂ 'ਚ। ਜਵਾਨੀ ਸੁਣ ਲਿਓ। ਆਪਣੇ ਆਪ ਤੇ ਤਰਸ ਕਰ, ਕੁਛ ਮਿਹਰ ਕਰ ਲਾ ਆਪਣੇ ਆਪ ਤੇ। ਮਾਲਕ ਦੀ ਤਾਂ ਮਿਹਰ ਹੋ ਗਈ, ਦੇਹੀ ਮਿਲ ਗਈ। ਆਪਣੇ ਆਪ ਤੇ ਆਪਦੀ ਵੀ ਕਰ ਲਾ। ਨਸ਼ੇ ਕਰਦੇ ਆਪਣੇ ਆਪ ਨੂੰ ਬਰਬਾਦ ਕਰ ਰਹੇ ਹਾਂ। ਆਪਣੇ ਆਪ ਨੂੰ ਕੋਹ ਕੇ ਮਾਰ ਰਹੇ। ਤੂੰ ਆਪ ਹੀ ਆਪਣੇ ਆਪ ਨੂੰ ਕੋਹ ਕੇ ਮਾਰ ਰਹੇ। ਤਰਸ ਕਰ, ਆਪਣੇ ਆਪ ਦੀ ਕਰ ਲਾ। ਦੂਜੀ ਤੇ ਤਾਂ ਫਿਰ ਦੇਖੀ ਦੂਜੀ ਤੇ ਤਾਂ ਕੀ ਕਰ ਲੇਗਾ। ਆਪਣੇ ਆਪ ਦੀ ਪਹਿਲਾਂ ਉਪਕਾਰ ਕਰ ਲਾ, ਫੇਰ ਹੀ ਪਰਉਪਕਾਰ ਹੁੰਦਾ ਤੇਰਾ। ਤੂੰ ਤਾਂ ਆਪ ਹੀ ਆਪਣੇ ਆਪ ਦਾ ਭਲਾ ਨਹੀਂ ਕੀਤਾ, ਕਿਸੇ ਦਾ ਕੀ ਕਰ ਦੇਗਾ। ਚਲੋ ਆਪਣੇ ਆਪ ਦੀ ਤਰਸ ਕਰ ਲਾ। ਜੇ ਕੋਈ ਬੁਰਾ ਕੰਮ ਕਰਦਾ ਛੱਡ ਦਿਓ, ਤਰਸ ਕਰੋ ਆਪਣੇ ਆਪ ਤੇ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੀਵਾਤਮਾ ਤੇ ਦਇਆ ਕਰੋ। ਚਲੋ ਇੱਥੋਂ ਤੱਕ ਪਹਿਲੀ ਪੰਕਤੀ ਦੀ ਵਿਆਖਿਆ ਪੂਰੀ ਹੋ ਗਈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਜੀ ਸਗਲ ਕਉ ਦੇ ਦਾਨ ਰਹਾਓ। ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਅਗਲੀ ਪੰਕਤੀ ਵਿੱਚ ਗੁਰੂ ਜੀ ਫਰਮਾਨ ਕਰ ਰਹੇ ਹਨ, ਐ ਪ੍ਰਾਣੀ ਤੂੰ ਕਿਉਂ ਡੋਲਦਾ ਹੈ? ਤੂੰ ਕਾਹੇ ਡੋਲਹਿ ਪ੍ਰਾਣੀਆਂ। ਪ੍ਰਾਣੀਆਂ ਦਾ ਭਾਵ ਪੂਰੀ ਮਨੁੱਖ ਮਾਤਰ ਨੂੰ ਕਹਿ ਦਿੱਤਾ ਨਾ। ਐ ਪ੍ਰਾਣੀ ਕਿਉਂ ਡੋਲਦਾ ਹੈ? ਤੁਧ ਰਾਖੇਗਾ ਸਿਰਜਣਹਾਰ। ਤੈਨੂੰ ਤੇਰਾ ਸਿਰਜਣਹਾਰ ਮਾਲਕ ਰੱਖੇਗਾ। ਸਿਰਜਣਹਾਰ ਤੇ ਰਚਨਹਾਰ ਭਾਵ ਉਸ ਮਾਲਕ ਤੇ ਟੇਕ ਰੱਖ। ਤੂੰ ਕਿਉਂ, ਜਿਹੜਾ ਡੋਲ ਜਾਂਦਾ ਨਿਸ਼ਾਨੀ ਕੀ ਹੈ ਉਹਦੀ? ਬਹੁਤ ਭੈਣ ਭਰਾ ਡੋਲੇ ਹੋਏ ਨੇ ਸੱਚੇ ਗਿਆਨ ਤੋਂ ਬਿਨਾਂ। ਕਿਉਂਕਿ ਸੱਚੇ ਗਿਆਨ ਤੋਂ ਬਿਨਾਂ ਮਨ ਕਮਜ਼ੋਰ ਹੋ ਜਾਂਦਾ ਹੈ, ਫਿਰ ਡਿਕਡੋਲੇ ਜੇ ਖਾਈ ਜਾਂਦਾ ਹੈ। ਜਿਵੇਂ ਤਨ ਨੂੰ ਸਹੀ ਖੁਰਾਕ ਨਾ ਮਿਲੇ, ਤਨ ਕਮਜ਼ੋਰ ਹੋ ਜਾਂਦਾ ਹੈ। ਜੇ ਮਨ ਨੂੰ ਸਹੀ ਖੁਰਾਕ ਨਾ ਮਿਲੇ, ਮਨ ਕਮਜ਼ੋਰ ਹੋ ਜਾਂਦਾ ਹੈ। ਗਿਆਨ ਮਨ ਦੀ ਖੁਰਾਕ ਹੈ। ਜਿਉ ਮੰਦਰ ਕੋ ਥੰਮ ਹੈ ਥੰਮਣ, ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਣ।
ਜਿਵੇਂ ਮਕਾਨ ਨੂੰ ਥੰਮ ਦਾ ਸਹਾਰਾ ਮਨ ਨੂੰ, ਇਵੇਂ ਗੁਰ ਸ਼ਬਦ ਦਾ ਸਹਾਰਾ, ਰੱਬੀ ਗਿਆਨ ਦਾ ਸਹਾਰਾ। ਰੱਬੀ ਗਿਆਨ ਤੋਂ ਬਿਨਾ ਮਨ ਡਿਕਡੋਲੇ ਖਾਂਦਾ ਹੈ। ਡੀਗਨ ਡੋਲਾ ਤਾਊ ਲਾਊ ਜੋ ਮਨ ਕੇ ਭਰਮਾ। ਜਿੰਨੀ ਦੇਰ ਮਨ ਵਿੱਚ ਭਰਮ ਨੇ, ਗਿਆਨ ਤੋਂ ਬਿਨਾ ਅਸੀਂ ਭਰਮੀ ਆ ਨਾ, ਤੇ ਫਿਰ ਡਿਕਡੋਲੇ ਖਾਈ ਜਾਂਦਾ ਹੈ। ਕਈ ਤਾਂ ਬਿੱਲੀ ਨੂੰ ਦੇਖ ਕੇ ਡਿਕਡੋਲਾ ਖਾ ਜਾਂਦੇ ਆ। ਗੱਡੀ 'ਚ ਬੈਠੇ ਤੋਰੇ ਬਿੱਲੀ ਇੱਧਰ ਤਾਂ ਲੰਘੀ, ਡਿਕਡੋਲਾ ਖਾ ਗਿਆ ਮਨ। ਕਹਿੰਦੇ ਵੀ ਗੱਡੀ ਬੰਦ ਕਰ ਲੋ, ਉਹ ਜੋੜੇ ਜੂੜੇ ਝਾੜ ਲੋ, ਪਾਣੀ ਦੀ ਘੁੱਟ ਭਰ ਲੋ, ਬਿੱਲੀ ਲੰਘੀ ਕਿਤੇ ਮਾਰੀ ਨਾ ਜਾਈਏ। ਬੋਲੋ ਸਤਨਾਮ। ਕਿਉਂ ਭਰਮ ਪਾਣ ਲਿਆ, ਇੰਨੇ ਚ ਹੀ ਡੋਲ ਗਏ, ਇੰਨੇ ਚ ਹੀ। ਇਸ ਕਰਕੇ ਡੋਲੀ ਜਾਂਦਾ ਮਨ। ਛਿੱਕ ਵੱਜ ਗਈ, ਨਜ਼ਰ ਲੱਗ ਗਈ, ਹੋ ਗਿਆ। ਨਹੀਂ, ਇਹ ਕੁਛ ਨਹੀਂ ਹੁੰਦਾ। ਕਿਉਂ ਡੋਲਦਾ? ਇੱਕੋ ਹੀ ਮਾਲਕ ਰੱਖਣ ਵਾਲਾ। ਇਹ ਵਹਿਮ ਭਰਮ ਛੱਡ ਦੇ। ਜਿਹਦਾ ਮਨ ਡੋਲਿਆ ਹੁੰਦਾ, ਫਿਰ ਡੋਲੇ ਮਨ ਦੀ ਨਿਸ਼ਾਨੀ ਕੋਈ ਕਾਲਾ ਜਿਹਾ ਧਾਗਾ ਬੰਨੀ ਫਿਰਦਾ ਹੈ, ਕੋਈ ਪੀਲਾ ਜਿਹਾ ਧਾਗਾ ਬੰਨੀ ਫਿਰਦਾ, ਕੋਈ ਲਾਲ ਜਿਹਾ ਧਾਗਾ। ਕਹਿੰਦੇ ਧਾਗੀ ਹੈ, ਧਾਗਾ ਹੀ ਰਾਖੀ ਕਰਦੇ। ਕੋਈ ਤਵੀਤੀਆਂ ਬੰਨੀ ਫਿਰਦੇ ਨੇ ਡੌਲਿਆਂ ਨਾਲ, ਕੋਈ ਗਲਿਆਂ 'ਚ ਪਾਈ ਫਿਰਦੇ, ਇੱਥੋਂ ਪਤਾ ਲੱਗਦਾ। ਕੋਈ ਮੁੰਦੀਆਂ ਜਿਹੀਆਂ ਪਾਈ ਫਿਰਦੇ ਜੋਤਸ਼ੀਆਂ ਦੀਆਂ, ਉੱਥੋਂ ਪਤਾ ਲੱਗਦਾ ਵੀ ਮਨ ਡੋਲਿਆ ਹੋਇਆ। ਡੋਲਿਆ ਮਨ ਹੀ ਜੋਤਸ਼ੀ ਨੂੰ ਹੱਥ ਦਿਖਾਉਂਦਾ। ਡੋਲਿਆ ਮਨ ਹੀ ਚੇਲੇ ਚਾਪਟੇ ਕੋਲੇ ਪੁੱਛ ਲੈਣ ਜਾਂਦੇ ਆ। ਜਿਹਦਾ ਮਨ ਡੋਲਿਆ ਉਹੀ ਵਾਸਤੂ ਸ਼ਾਸਤਰ ਵਾਲਿਆਂ ਨੂੰ ਲਿਆਉਂਦੇ ਨੇ। ਉਹ ਕਹਿੰਦਾ ਵੀ ਤੁਹਾਡੀ ਰਸੋਈ ਕੱਲ ਤਾਂ ਢਾਹ ਦਿਓ, ਪੌੜੀਆਂ ਪੁੱਠੇ ਪਾਸੇ ਚੜ ਗਈਆਂ, ਤੁਹਾਡੀ ਗੁੱਡ ਲੱਕ ਕਹਿੰਦੇ ਉਹ ਗੇਟ 'ਚ ਆ ਕੇ ਫਸ ਜਾਂਦੀ ਹੈ, ਗੇਟ ਢਾਹ ਕੇ ਮਾੜਾ ਸਿੱਧਾ ਕਰ ਲਓ, ਕਹਿੰਦੇ ਗੁੱਡ ਲੱਕ ਅੰਦਰ ਆਉਣ ਲੱਗ ਗਈ। ਬੋਲੋ ਸਤਨਾਮ। ਐਡੀ ਕਮਲੀ ਦੁਨੀਆ, ਗੇਟ ਹੀ ਢਾਹ ਲਿਆ। ਜੇ ਪੁੱਛਿਆ ਵੀ ਗੇਟ ਕਿਵੇਂ ਢਾਈ ਬੈਠੋ, ਵਧੀਆ ਟੁਕਣ, ਕਹਿੰਦੇ ਵੀ ਵਾਸਤੂ ਸ਼ਾਸਤਰ ਨੇ ਦੱਸਿਆ ਟੇਢਾ ਮਾੜਾ ਜਿਹਾ, ਇੱਥੇ ਗੁੱਡ ਲੱਕ ਫਸਦੀ ਹੈ। ਵੀ ਕਮਲਿਓ ਗੁੱਡ ਲੱਕ ਤਾਂ ਬਾਹਰੋਂ ਕਿਤੋਂ ਨਹੀਂ ਆਉਂਦੀ, ਇੱਥੇ ਆ ਕੇ ਅੜ ਜਾਂਦੀ ਹੈ। ਕਹਿੰਦੇ ਵੀ ਕਹਿੰਦੇ ਤੈਨੂੰ ਦੱਸਿਆ ਸਾਨੂੰ, ਕਹਿੰਦੇ ਗੇਟ ਢਾਓ। ਇਹ ਗੱਲਾਂ ਕਰਨੀਆਂ ਪੈਂਦੀਆਂ ਦੇਸੀ ਭਾਸ਼ਾ। ਜਦ ਦੇਖ ਲੈਣਾ ਡੋਲੇ ਕਮਾਲ ਹੈ, ਘਰ ਹੀ ਢਾਹ ਕੇ ਬਹਿ ਗਏ। ਇਹ ਡੋਲਿਆਂ ਦੀਆਂ ਨਿਸ਼ਾਨੀਆਂ, ਕੋਈ ਵਾਸਤੂ ਸ਼ਾਸਤਰ ਨਹੀਂ, ਕੋਈ ਪਾਉਣ ਨਾਂ ਦੀ ਚੀਜ਼ ਨਹੀਂ ਇੱਥੇ, ਪੁੱਛਣਾ ਦੀ ਕੋਈ ਚੀਜ਼ ਨਹੀਂ, ਜੋਤਿਸ਼ ਨਾਂ ਦੀ ਕੋਈ ਚੀਜ਼ ਨਹੀਂ ਦੁਨੀਆ ਤੇ। ਗਣ ਗਣ ਜੋਤਿਕ ਕਾਂਢੀ ਕੀਨੀ ਪੜ੍ਹਿਆ ਸੁਣਾਵੈ ਤਤ ਨਾ ਚੀਨੀ। ਗੁਰੂ ਬਾਬਾ ਜੀ ਕਹਿੰਦੇ ਜਿਹੜੀ ਨੇ ਪੱਤਰੀ ਕੱਢ ਕੇ ਭਾਈ ਆ ਗਿਣਤੀ ਲਾ ਕੇ ਜੋਤਿਸ਼ ਲਾ ਲਿਆ, ਇਹਦੇ ਵਿੱਚ ਤੱਤ ਕੋਈ ਸੱਚ ਕੋਈ ਨਹੀਂ। ਤਤ ਨਾ ਚੀਨੀ ਭਾਵੇਂ ਨੇ ਅਸਲੀਅਤ ਨਹੀਂ ਜਾਣੀ। ਬਾਣੀ ਦੇ ਫੈਸਲੇ ਆ ਸਾਰੇ। ਇਸ ਕਰਕੇ ਜੋਤਿਸ਼ ਵਿੱਚ ਕੋਈ ਸੱਚ ਨਹੀਂ, ਵਾਸਤੂ ਸ਼ਾਸਤਰ ਵਿੱਚ ਕੋਈ ਸਚਾਈ ਨਹੀਂ, ਕੋਈ ਪਾਉਣ ਆਦਿਕ ਕਿਸੇ 'ਚ ਨਹੀਂ ਆਉਂਦੀ। ਪਰਮਾਤਮਾ ਤੋਂ ਬਿਨਾਂ ਦੂਜੀ ਸ਼ਕਤੀ ਕੋਈ ਨਹੀਂ। ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਈ। ਕਾਰਨ ਕਾਰਨ ਭਰਾ ਏਕ ਹੈ, ਦੂਸਰ। ਪਰ ਮਨ ਹੀ ਨਹੀਂ ਮੰਨਦਾ। ਕਈ ਵਾਰ ਜੀ ਪੜ੍ਹ ਲੈਂਦੀ ਹੈ, ਦੂਸਰ ਨਾਹੀ ਕੋਈ। ਕਈਆਂ ਦੇ ਕੰਨ ਵੀ ਹੁਣ ਸੁਣ ਲਿਆ, ਪਰ ਮੂੰਹ ਚੱਕ ਕੇ ਦੂਜੇ ਪਾਸੇ ਨੂੰ ਫੇਰ ਤੁਰ ਜਾਂਦੇ ਆ। ਦੂਸਰ ਨਾਹੀ ਕੋਈ ਦਾ ਪਾਠ ਕਰਨ ਵਾਲੇ ਦੂਜੇ ਪਾਸੇ ਨੂੰ ਮੂੰਹ ਵੀ ਚੱਕੀ ਫਿਰਦੇ ਆ। ਕਿਉਂਕਿ ਮਨ ਨੇ ਨਾ ਗੁਰੂ ਦੀ ਗੱਲ ਮੰਨੀ। ਮਨ ਕੀ ਕਹਿੰਦਾ ਰਿਹਾ? ਨਾ ਜੀ ਸਾਰਾ ਕੁਛ ਹੀ ਹੈਗਾ, ਨੋਹੀ ਜੀ ਚੀਜ਼ਾਂ ਸਾਰੀਆਂ। ਭਾਵ ਕਿ ਮਨ ਤਾਂ ਗੁਰੂ ਤੋਂ ਵੀ ਸਿਆਣਾ ਬਣਿਆ ਬੈਠਾ ਹੈ। ਇਸ ਕਰਕੇ ਗੱਲ ਚੱਲੀ ਸੀ, ਜੇ ਗੁਰੂ ਦੀ ਗੱਲ ਮੰਨ ਲਈਏ ਵੀ ਤੈਨੂੰ ਰੱਖਣ ਵਾਲਾ ਤੇਰਾ ਪਰਮਾਤਮਾ ਹੀ ਹੈ, ਕਿਉਂ ਡੋਲਦਾ ਹੈ? ਕਿਉਂ ਧਾਗੇ ਜੇ ਪਾਈ ਫਿਰਦਾ? ਕਿਉਂ ਮੁੰਦੀਆਂ ਪਾਈ ਫਿਰਦਾ? ਕਿਉਂ ਤਵੀਤੀਆਂ? ਕਿਉਂ ਘੱਲ ਟਾਉਣਾ ਪਖੰਡੀਆਂ ਨੂੰ? ਉਹ ਮਾਲਕ ਤੇ ਟੇਕ ਰੱਖ। ਤਾਂ ਤੇ ਇਸ ਗੱਲ ਨੂੰ ਦ੍ਰਿੜ ਕਰ ਲਈਏ ਅਸੀਂ। ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਧ ਰਾਖੇਗਾ ਸਿਰਜਨਹਾਰ। ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਉਹੀ ਤੈਨੂੰ ਆਸਰਾ ਦੇਣ ਵਾਲਾ ਹੈ। ਆਪਣੇ ਮੂਲ ਦਾ ਆਸਰਾ ਤੱਕ, ਮੂਲ ਕਹਿ ਲੋ, ਸੋਮਾ ਕਹਿ ਲੋ, ਆਦ ਕਹਿ ਲੋ। ਜਿਵੇਂ ਬੂੰਦ ਨੂੰ ਸਾਗਰ ਦਾ ਸਹਾਰਾ, ਕਿਰਨ ਨੂੰ ਸੂਰਜ ਦਾ ਸਹਾਰਾ, ਮੂਲ। ਕਿਉਂਕਿ ਕਿਰਨ ਸੂਰਜ ਦੀ ਅੰਸ਼ ਹੈ, ਬੂੰਦ ਸਾਗਰ ਦੀ ਅੰਸ਼ ਹੈ, ਇਹ ਪ੍ਰਮਾਤਮਾ ਦੀ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼। ਸਰਵ ਵਿਆਪਕ ਪ੍ਰਮਾਤਮਾ ਦੀ ਅੰਸ਼ ਹੈ, ਤੇ ਫਿਰ ਇਹਨੂੰ ਪ੍ਰਮਾਤਮਾ ਦਾ ਸਹਾਰਾ ਹੀ ਹੋਣਾ ਨਾ। ਸਹਾਰਾ ਮੂਲ ਤੋਂ ਬਿਨਾਂ ਹੋਰ ਕਿਹਦਾ ਹੋ ਸਕਦਾ? ਇਸ ਕਰਕੇ ਜਿਨ ਪਦਾਇਸ਼ ਤੋਂ ਕੀਆ ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਜਿਸ ਪ੍ਰਮਾਤਮਾ ਨੇ ਧਰਤੀ ਪੈਦਾ ਕੀਤੀ ਹੈ, ਭਾਵ ਧਰਤੀ ਤੇ ਜੀਵਨ ਪੈਦਾ ਕੀਤਾ ਹੈ, ਉਹੀ ਇਹਦੀ ਸਾਰ ਸੰਭਾਲ ਕਰਨ ਵਾਲਾ ਹੈ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਉਹ ਸਾਰੇ ਘਟਾਂ ਦਾ, ਸਾਰੇ ਦਿਲਾਂ ਦਾ ਮਾਲਕ ਹੈ। ਸੱਚਾ ਦਾ ਭਾਵ ਸਦਾ ਰਹਿਣ ਵਾਲਾ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਆਦ ਦਾ ਭਾਵ ਜਦੋਂ ਰਚਨਾ ਹੈ ਨਹੀਂ ਸੀ ਉਦੋਂ ਵੀ ਪਰਮਾਤਮਾ ਹੈ। ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮਾ ਪਾਰਾ। ਨਾ ਦਿਨ ਰਹਿਣ ਨਾ ਚਾਂਦਨਾ ਸੂਰਜ ਸੁਨ ਸਮਾਧ ਲਗਾਏ ਦਾ। ਜੁਗਾਦ ਸੱਚ, ਜਦੋਂ ਨੇ ਯੁੱਗਾਂ ਦਾ ਆਰੰਭ ਕੀਤਾ ਉਦੋਂ ਵੀ ਸੱਚ। ਬੀਤੇ ਸਮੇਂ 'ਚ ਯੁੱਗਾਂ ਦਾ ਆਰੰਭ ਹੋਇਆ,
ਖੰਡ ਬ੍ਰਹਿਮੰਡ ਪਤਾਲ ਆਰੰਭੇ ਗੁਪਤੋਂ ਪ੍ਰਗਟੀ ਆਏ ਦਾ। ਵਰਤਮਾਨ ਵਿੱਚ ਵੀ ਸਾਰੇ ਹਾਜ਼ਰ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੁਰੂ ਬਾਬਾ ਜੀ ਕਹਿੰਦੇ ਜਦੋਂ ਪਸਾਰਾ ਸਮੇਟ ਲਿਆ ਉਦੋਂ ਵੀ ਸੱਚ ਹੋਵੇਗਾ। ਇਸ ਕਰਕੇ ਉਹ ਸੱਚਾ ਹੈ, ਉਸ ਮਾਲਕ ਦਾ ਆਸਰਾ ਤੱਕ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਉਹ ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਹੈ, ਉਹ ਸਦਾ ਰਹਿਣ ਵਾਲਾ ਹੈ। ਕੁਦਰਤ ਕੀਮਣਾ ਜਾਣੀਐ ਵੱਡਾ ਬੇਪਰਵਾਹ। ਪਰਮਾਤਮਾ ਜੀ ਦੀ ਕੁਦਰਤ ਦੀ ਕੀਮਤ ਨਹੀਂ ਜਾਣੀ ਜਾ ਸਕਦੀ। ਕਿੰਨਾ ਪਸਾਰਾ ਕੀਤਾ ਮਾਲਕ ਨੇ, ਕੋਈ ਗਿਣਤੀ ਨਹੀਂ, ਕਰਤੇ ਕਹਿ ਕਰਨਾ ਨਾ ਹੀ ਸੁਮਾਰ। ਅੱਜ ਸਾਇੰਸ ਵੀ ਮੰਨਦੀ ਹੈ ਇੱਕ ਗੈਲੈਕਸੀ ਵਿੱਚ ਕਰੋੜਾਂ ਸੂਰਜ ਆ ਰਹੇ ਹੈ, ਇੱਕ ਸੂਰਜ ਮੰਡਲ ਪਾਸ ਨਹੀਂ ਕਰ ਸਕਦੀ ਸਾਇੰਸ, ਤੇ ਅੰਤ ਤੱਕ ਕਿਹੜਾ ਜਾਣ ਸਕਦਾ ਹੈ। ਰਚਨਹਾਰ ਦਾ ਅੰਤ ਤੱਕ ਕੌਣ ਪਾ ਸਕਦਾ ਹੈ? ਪਰਮਾਤਮਾ ਦੀ ਰਚਨਾ ਦਾ ਅੰਤ ਕੋਈ ਨਹੀਂ। ਇਸ ਕਰਕੇ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ। ਉਹ ਪ੍ਰਮਾਤਮਾ ਵੱਡਾ ਹੈ, ਬੇਪਰਵਾਹ। ਇਹ ਨਹੀਂ ਵੀ ਪਸਾਰਾ ਰਚ ਕੇ ਪ੍ਰਮਾਤਮਾ ਖਚਤ ਹੋ ਗਿਆ, ਬਿਜੀ ਹੋ ਗਿਆ, ਉਲਝ ਗਿਆ ਨਾ। ਬੇਪਰਵਾਹ ਦਾ ਭਾਵ ਸਭ ਕੁਝ ਉਹਦੇ ਰੱਬੀ ਨਿਯਮਾਂ ਵਿੱਚ ਆਪਣੇ ਆਪ ਚੱਲ ਰਿਹਾ, ਐਟੋਮੈਟਿਕਲੀ। ਰੱਬੀ ਨਿਯਮਾਂ ਦੀ ਕੌਸਮਿਕ ਲਾ, ਰੱਬੀ ਨਿਯਮਾਂ 'ਚ ਸਭ ਕੁਝ ਆਪਣੇ ਆਪ ਚੱਲ ਰਿਹਾ। ਏਡੇ ਵੱਡੇ ਪਸਾਰੇ ਦਾ ਮਾਲਕ ਬੇਪਰਵਾਹ ਹੈ। ਆਪਾਂ ਤਾਂ ਇੱਕ ਕੰਮ ਕੋਈ ਹੋਰ ਨਾਲ ਸ਼ੁਰੂ ਕਰ ਲਈਏ ਨਾ, ਉਲਝ ਜਾਈਦਾ, ਬਿਜੀ ਹੋ ਜਾਈਦਾ ਨਾ। ਮਾਲਕ ਨਹੀਂ ਏਦਾਂ ਉਲਝਿਆ ਹੋਇਆ, ਉਹ ਤਾਂ ਬੇਪਰਵਾਹ। ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮਹਿ ਸਾਹ। ਬੰਦਿਆਂ ਦਾ ਭਾਵ ਮਾਨਸ ਦੇਹੀ ਨੂੰ ਕਿਹਾ। ਉਹ ਭਾਵੇਂ ਇਸਤਰੀ ਹੈ ਭਾਵੇਂ ਪੁਰਸ਼ ਹੈ, ਇਹ ਸੰਬੋਧਨ ਮਾਨਸ ਦੇਹੀ ਨੂੰ ਹੈ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਬੰਦਿਆ ਬੰਦਗੀ ਕਰ ਜਿਨੀ ਦੇ ਤੇਰੇ ਸਰੀਰ ਰੂਪੀ ਘਟ ਵਿੱਚ ਸਾਹ ਹੈ। ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ। ਮਾਲਕ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਸਰਬ ਸ਼ਕਤੀਮਾਨ ਕਹਿ ਲਓ, ਸੁਪਰੀਮ ਪਾਵਰ ਮਹਾਸ਼ਕਤੀ। ਤੂੰ ਸਮਰੱਥ ਅਕਥ, ਤੁਹਾਨੂੰ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਅਗੋਚਰ, ਤੁਸੀਂ ਗਿਆਨ ਇੰਦਰਾਂ ਦੀ ਪਕੜ ਵਿੱਚ ਨਹੀਂ ਆਉਂਦੇ। ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ। ਇਹ ਜਿੰਦ, ਪਿੰਡ ਦਾ ਅਰਥ ਹੁੰਦਾ ਪਿੰਡਾ, ਸਰੀਰ। ਇਹ ਜਿੰਦ ਸਰੀਰ ਤੇਰੀ ਹੀ ਪੂੰਜੀ ਹੈ। ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਤੇਰੀ ਰਹਿਮਤ ਨਾਲ, ਤੇਰੀ ਬਖਸ਼ਿਸ਼ ਦੇ ਨਾਲ ਹੀ ਆਤਮਿਕ ਸੁੱਖ, ਸਦਾ ਰਹਿਣ ਵਾਲਾ ਸੁੱਖ ਪਾਇਆ ਹੈ। ਸਦਾ ਦਾ ਸੁੱਖ ਕਿਹੜਾ? ਅੰਦਰ ਦਾ ਆਤਮਿਕ, ਜੋ ਮਨ ਵਿੱਚ ਆ ਜਾਂਦਾ ਹੈ। ਰਹਿਮ ਤੇਰੀ ਸੁਖ ਪਾਇਆ ਸਦਾ, ਸਦਾ ਰਹਿਣ ਵਾਲਾ ਸੁੱਖ ਤੇਰੀ ਰਹਿਮਤ ਤੇਰੀ ਕਿਰਪਾ ਨਾਲ ਪਾਇਆ। ਨਾਨਕ ਕੀ ਅਰਦਾਸ, ਨਾਨਕ ਦੀ ਤੇਰੇ ਅੱਗੇ ਹੀ ਅਰਦਾਸ ਹੈ। ਆਪਾਂ ਨੂੰ ਹੀ ਸਮਝਾਉਂਦੇ ਨੇ ਗੁਰੂ ਬਾਬਾ ਜੀ ਕਿ ਉਸ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਨੀ ਹੈ। ਤੇ ਉਹ ਮਾਲਕ ਪ੍ਰਮਾਤਮਾ ਜੋ ਆਪ ਹੀ ਸਰਬ ਵਿਆਪਕ ਹੈ, ਆਪ ਹੀ ਸਾਰੇ ਵਰਤ ਰਿਹਾ ਹੈ। ਆਪ ਹੀ ਕਿਸ ਤਰ੍ਹਾਂ ਵਰਤ ਰਿਹਾ ਹੈ, ਆਓ ਸ਼ਬਦ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ। ਆਪੇ ਬਹੁ ਵਿਦ ਰੰਗੋਲਾ, ਸਖੀਏ ਮੇਰਾ ਲਾਲ। ਆਪੀ ਬਹੁ ਵਿਦ ਰੰਗੋਲਾ, ਸਖੀਏ ਮੇਰਾ ਲਾਲ। ਆਪੇ ਬਹੁ ਵੇਦ ਰੰਗੋਲਾ,
ਬਿਤ ਰੰਗੋਲਾ ਸਖੀਏ ਮੇਰਾ ਲਾਲ ਆਪੀ ਕਹੋ ਬਿਤ ਰੰਗਲਾ ਸਖੀਏ ਮੇਰਾ ਲਾਲ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਰਸੀਆ ਆਪ ਰਸ ਆਪੇ ਗਾਵਨ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਆਪੇ ਹੋਵੇ ਚੂਲੜਾ ਆਪੇ ਸੀਤ ਆਪੇ ਬਹੁ ਵੇਦ ਰੰਗੋਲਾ ਸਖੀਏ ਮੇਰਾ ਲਾਲ ਆਪੇ ਬਹੁ ਬਿਤ ਰੰਗਲਾ ਸਖੀਏ ਮੇਰਾ ਲਾਲ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਪਾਰ ਪੂਰ ਰੰਗ ਰਤਾ ਮੇਰਾ ਸਾਹਿਬ ਕਾਵ ਰਹਿਆ ਭਰਪੂਰ ਰੰਗ ਰਤਾ ਮੇਰਾ ਸਾਹਿਬ
ਇਦਾਂ ਮਾਲਕ ਦੀ ਸਰਬ ਵਿਆਪਕਤਾ ਬਾਰੇ ਸੇਰੀ ਰਾਗ ਦੇ ਵਿੱਚ ਗੁਰੂ ਬਾਬਾ ਜੀ ਨੇ ਆਪਾਂ ਨੂੰ ਸਿੱਖਿਆ ਦਿੱਤੀ ਹੈ। ਸੋ ਐਸੇ ਮਾਲਕ ਦਾ ਲੜ ਫੜੀਏ ਜੋ ਜਲ ਥਲ ਮਹੀਰ ਪੂਰਿਆ, ਸੁਆਮੀ ਸਿਰਜਨਹਾਰ, ਅਣਿਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਆਪਣੇ ਮੂਲ ਨਾਲ ਜੁੜ ਜਾਈਏ, ਫਿਰ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ।